श्री नानक अंगद गुरु अमरदास पद बंदो। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। श्री गुरु ग्रंथ साहिब उदद बांधव कर अनुराग। श्री गुर शब्द कमाए जिन जीते पंज विकार। तिन संतन को बंधना सिर चरणन पर तार। एक अंकारा सतगुरु ते प्रसाद सच होए। वाहेगुरु जी की फतेह। विघ्न विनाशन सोए। एक अंकारा सतगुरु ते प्रसाद सच होए। वाहेगुरु जी की फतेह। विघ्न विनाशन सोए। सतनाम श्री वाहिगुरु साहिब जी। दोहरा गिरियां मिर्चां त्यार कर लियाए गुलाबा पास। पूर कटोरा अगर धर गोरे उठाए त्रिख नाश। वाहेगुरु जी का खालसा वाहेगुरु जी की फतेह। परम सन्मान जोग चवर छत्र तख्त दे मालक। प्रगट गुरां की देह प्रतख हर। धन धन सतगुरु श्री गुरु ग्रंथ साहिब महाराज दी परम पवित्र सत संगत हजूरी दे अंदर श्री गुरु तेग बहादुर साहिब महाराज परोपकारी जोधे शहीद सतगुरु देग तेग दे धनी। तिन्हां सतगुरां दे महान पावन पवित्र भजन बंदगी तप अस्थान गुरुद्वारा श्री भोरा साहिब जी पातशाही नौवीं विखे सतगुरां दे हजूर दरबारां च दीवान सजे होए हन। अमृतमयी बाणी दे कीर्तन आप संगतां ने सरवण कीते ने। गुर इतिहास दी कथा विचार दा समां होया है। ਵੱਡੇ ਭਾਗ ਹਨ ਆਪ ਸਰਬੱਤ ਸੰਗਤਾਂ ਦੇ ਜੋ ਗੁਰ ਸਥਾਨਾਂ ਦੀ ਯਾਤਰਾ ਦਰਸ਼ਨ ਦਿਦਾਰੇ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਸਰੀਰ ਕਰਕੇ ਮਹਾਰਾਜ ਦੇ ਅਸਥਾਨਾਂ ਤੇ ਜਿੱਥੇ ਵੀ ਕੋਈ ਹਾਜ਼ਰੀ ਭਰ ਰਿਹਾ ਹੈ ਲੰਗਰਾਂ 'ਚ ਸੇਵਾ ਚੱਲ ਰਹੀ ਹੈ। ਜੋੜੇ ਘਰ ਸੰਗਤ ਦੇ ਜੋੜੇ ਝਾੜੇ ਜਾ ਰਹੇ ਨੇ। ਸਤਿਗੁਰਾਂ ਦੀਆਂ ਪਵਿੱਤਰ ਇਮਾਰਤਾਂ ਬਣ ਰਹੀਆਂ ਨੇ। ਹੋਰ ਵੀ ਜਿੱਥੇ ਗੁਰੂ ਕੇ ਪਿਆਰੇ ਬੈਠ ਕੇ ਸੇਵਾ ਕਰ ਰਹੇ ਹਨ ਉੱਥੋਂ ਹੀ ਮਨ ਬਿਰਤੀ ਮਹਾਰਾਜ ਦੇ ਚਰਨਾਂ ਦੇ ਵਿੱਚ ਇਕਾਗਰ ਕਰਕੇ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਇਤਿਹਾਸ ਵਿੱਚ ਹਾਜ਼ਰੀਆਂ ਭਰੀਏ। ਚੱਲ ਰਹੇ ਲੜੀਵਾਰ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਕੱਲ ਪ੍ਰਸੰਗ ਸਰਵਣ ਕੀਤੇ ਨੇ ਕਲਗੀਧਰ ਮਹਾਰਾਜ ਸਾਹਿਬ ਮਾਛੀਵਾੜੇ ਟਿੰਡ ਦਾ ਸਰਾਣਾ ਲਾ ਕੇ ਬਰਾਜੇ ਹੋਏ ਹਨ। ਤਾਰੇ ਦੀ ਸੇਧ ਦੇ ਨਾਲ ਚੱਲਦਿਆਂ ਭਾਈ ਮਾਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਪਹੁੰਚੇ। ਗੁਰੂ ਗਰੀਬ ਨਿਵਾਸ ਸਾਹਿਬ ਜੀ ਨੇ ਇੱਕ ਜਦੋਂ ਤੀਰ ਚਲਾਉਣ ਦੇ ਵਾਸਤੇ ਸਹਾਈ ਹੁੰਦਾ ਟੋਪੀਦਾਰ ਗੂਠੇ ਅਤੇ ਗੂਠੇ ਦੀ ਲਾਗਲੀ ਉਂਗਲ ਤੇ ਜੋ ਗੁਲਸਤਰਾਨ ਪਹਿਨਿਆ ਜਾਂਦਾ
ਉਹ ਪਹਿਨਿਆ ਹੋਇਆ ਸੀ, ਉਹਦੇ ਵਿੱਚ ਹੀਰਾ ਜੜਿਆ। ਹੀਰੇ ਦੀ ਚਮਕ ਵੇਖ ਕੇ ਦੂਰੋਂ ਭਾਈ ਧਰਮ ਸਿੰਘ ਨੇ ਸਿਆਣ ਲਿਆ। ਨੇੜੇ ਆ ਕੇ ਵੇਖਿਆ, ਕਹਿੰਦੇ ਤਾਂ ਸਾਡੇ ਦਿਲ ਦੇ ਪਿਆਰੇ, ਸਾਡੀ ਜਿੰਦ ਜਾਨ ਗੁਰੂ ਕਲਗੀਧਰ ਬਰਾਜ ਰਹੇ ਨੇ। ਚਰਨਾਂ ਨੂੰ ਝੱਸਦਿਆਂ ਹੋਇਆਂ ਜਗਾਇਆ, ਸਾਹਿਬ ਸਾਵਧਾਨ ਹੋਏ। ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਫੌਜਾਂ ਆਉਂਦੀਆਂ ਹੋਣਗੀਆਂ, ਦਿਨ ਚੜ੍ਹਿਆ ਏ, ਕੋਈ ਆਪਾਂ ਅੱਗੇ ਜਾਣਾ ਕਰੀਏ। ਦਸਮ ਪਾਤਸ਼ਾਹ ਕਹਿੰਦੇ ਵੀ ਹੁਣ ਅੱਗੇ ਨਹੀਂ ਜਾਣਾ ਕਿਤੇ, ਆ ਸਾਹਮਣੇ ਬਾਗ ਦੇ ਵਿੱਚ ਚੱਲਦੇ ਆਂ। ਇਹਦੇ ਵਿੱਚ ਹੀ ਮਹਾਰਾਜ ਸਾਹਿਬ ਕਹਿੰਦੇ ਜੇ ਹਜ਼ਾਰਾਂ ਫੌਜਾਂ ਵੀ ਆਉਣਗੀਆਂ ਤਾਂ ਇਹਦਾ ਆਸਰਾ ਲੈ ਕੇ ਹਜ਼ਾਰਾਂ ਨੂੰ ਹੀ ਖਤਮ ਕਰ ਦਿਆਂਗੇ। ਇਵੇਂ ਬਚਨ ਬਿਲਾਸ ਕਰਕੇ ਗੁਲਾਬੇ ਮਸੰਦ ਦੇ ਪੰਜਾਬੇ ਦੇ ਬਾਗ ਵਿੱਚ ਮਹਾਰਾਜ ਪਹੁੰਚੇ। ਨੌਕਰ ਨੇ ਸਿਆਣ ਲਿਆ, ਗੁਲਾਬੇ ਮਸੰਦ ਨੂੰ ਸੱਦ ਕੇ ਲੈ ਆਇਆ। ਦਰਸ਼ਨ ਕਰਕੇ ਕਹਿੰਦਾ, ਮਹਾਰਾਜ ਕੀ ਸੇਵਾ ਕਰੀਏ। ਸਾਹਿਬ ਜੀ ਕਹਿਣ ਲੱਗੇ ਵੀ ਕੁਝ ਦਿਨਾਂ ਦਾ ਭੋਜਨ ਨਹੀਂ ਛਕਿਆ, ਭੁੱਖ ਕਰਕੇ ਗਰਮੀ ਪੈ ਗਈ, ਅੰਦਰ ਖੁਸ਼ਕੀ ਹੋਈ ਹੈ, ਕੋਈ ਰਸਤ ਲੈ ਕੇ ਆਓ, ਦੇਗ ਪਾਣੀ ਤਿਆਰ ਕਰੀਏ। ਇਹ ਗੁਲਾਬਾ ਗਿਆ ਹੈ ਬਾਜ਼ਾਰ ਦੇ ਵਿੱਚੋਂ ਰਸਦਾਂ ਖਰੀਦਣ। ਇੱਧਰ ਮਗਰ ਕੁਝ ਕੁ ਰਸਦ ਭਾਈ ਮਾਨ ਸਿੰਘ ਦੇ ਕੋਲ ਹੈ ਸੀ। ਇਹਨੇ ਜੋ ਵੀ ਬਦਾਮ ਜਾਂ ਖਸਖਾਸ, ਹੋਰ ਕਾਲੀਆਂ ਮਿਰਚਾਂ, ਇਹ ਰਗੜ ਕੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਨੂੰ ਛਕਾਈਆਂ ਨੇ। ਅੰਦਰ ਖੁਸ਼ਕੀ ਅਤੇ ਗਰਮੀ ਹੋਣ ਕਰਕੇ ਸਤਿਗੁਰਾਂ ਨੇ ਧਿਆ ਦੇ ਸਹਿਜ ਛਕੀਆਂ ਤੇ ਨਾਲੇ ਖੁਸ਼ ਹੋ ਕੇ ਵਰ ਦਿੱਤਾ, ਭਾਈ ਮਾਨ ਸਿੰਘ ਜਿੱਦਾਂ ਤੂੰ ਫਰਲੇ ਵਾਲਾ ਨਿਹੰਗ ਸਿੰਘ ਹੈ, ਜਿਵੇਂ ਤੂੰ ਨੀਲਾ ਬਾਣਾ ਪਹਿਨਦਾ, ਤੇਰੇ ਅਰਗੇ ਬਾਣੇ ਵਾਲਾ ਪੰਥ, ਤੇਰੇ ਅਰਗੇ ਬਹੁਤ ਸਿੰਘ ਤੇਰੇ ਸੁਭਾਅ ਵਰਗੇ, ਤੇਰੇ ਲਿਬਾਸ ਵਰਗੇ ਚੱਲਣਗੇ। ਉਹਨਾਂ ਨੂੰ ਕੋਈ ਅਕਾਲੀ ਕਹੇਗਾ, ਕੋਈ ਨਿਹੰਗ ਸਿੰਘ ਕਹੇਗਾ। ਇੱਥੋਂ ਤੀਕਰ ਆਪਾਂ ਕਥਾ ਕੱਲ ਸਰਵਣ ਕੀਤੀ ਵੀ ਸਤਿਗੁਰੂ ਸਾਹਿਬ ਕੋ ਭਾਈ ਮਾਨ ਸਿੰਘ ਜੀ ਨੇ ਵਰ ਪ੍ਰਾਪਤ ਕੀਤਾ ਵੀ ਤੇਰੇ ਵਰਗੇ ਜਿਹੜੇ ਬਹੁਤ ਬਾਣਾ ਪਹਿਨਣ ਵਾਲੇ ਸਿੰਘ, ਕੋਈ ਅਕਾਲੀ ਤੇ ਕੋਈ ਨਿਹੰਗ ਕਹਿ ਕੇ ਉਹਨਾਂ ਨੂੰ ਯਾਦ ਕਰੇਗਾ। ਨਿਹੰਗ ਸਿੰਘ, ਅਕਾਲੀ ਫੌਜਾਂ, ਇਹ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੇ ਵਰ ਹੋਏ ਹਨ। ਆਓ ਇਸ ਤੋਂ ਅੱਗੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਬੇ ਦੇ ਕਹਿਣ ਤੇ ਦੇ ਘਰੇ ਜਾਂਦੇ ਹਨ, ਪਰਖ ਕਰਨ ਦੇ ਲਈ ਇੱਕ ਚਟੰਗੇ ਦਾ ਸ਼ਿਕਾਰ ਕਰਕੇ ਪਰਖ ਕਰਦੇ ਨੇ ਵੀ ਇਹ ਇੱਥੇ 2 ਮਹੀਨੇ ਸਾਨੂੰ ਟਿਕਣ ਦੇਣਗੇ ਜਾਂ ਕੱਚੇ ਨੇ ਗਵਾਂਢੀ ਜਾਂ ਆਪ ਗੁਲਾਬਾ। ਇਹ ਕਥਾ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਨੀ। ਅੱਜ ਗੁਰੂ ਸਾਹਿਬ ਦੇ ਚਰਨ ਕਮਲਾਂ ਦਾ ਧਰੀਏ ਧਿਆਨ, ਆਪਣੀ ਕਲਿਆਣ ਹਿਤ, ਸਰਬੱਤ ਦੇ ਭਲੇ ਵਾਸਤੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਿਰੀਆਂ ਮਿਰਚਾਂ ਤਿਆਰ ਕਰ। ਇਧਰ ਕੁਝ ਰਸ ਦੇ ਨਾਲ ਰਗੜਾ ਤਿਆਰ ਕਰਕੇ ਮਹਾਰਾਜ ਨੂੰ ਭਾਈ ਮਾਨ ਸਿੰਘ ਨੇ ਪਹਿਲਾਂ ਛਕਾ ਕੇ ਬਖਸ਼ਾਂ ਲਈਆਂ। ਫਿਰ ਉਧਰ ਗੁਲਾਬਾ ਮਸੰਦ ਵੀ ਰਸਤ ਲੈਣ ਗਿਆ ਸੀ, ਕਿਉਂਕਿ ਖੁਸ਼ਕੀ ਬਹੁਤ ਹੋ ਗਈ, ਭੁੱਖ ਕਰਕੇ ਵੀ ਅੰਦਰ ਗਰਮੀ ਪੈ ਗਈ, ਪਿੱਤ ਵੱਧ ਜਾਂਦੀ ਹੈ ਜੇ ਭੁੱਖ ਰਹੇ। ਤੇ ਸਤਿਗੁਰੂ ਭਾਵੇਂ ਰੱਬੀ ਰੂਪ ਨੇ ਪਰ ਸਰੀਰ ਦਾ ਧਰਮ ਨਿਭਾ ਰਹੇ ਨੇ। ਜੋ ਸਰੀਰ ਦੀ ਮਰਿਆਦਾ ਹੁੰਦੀ ਹੈ, ਦੁੱਖ ਸੁੱਖ, ਜੋ ਸਰੀਰ ਨੇ ਰਾਜੀ ਹੋਣਾ, ਬਿਮਾਰ ਹੋਣਾ, ਉਹ ਮਰਿਆਦਾ 'ਚ ਸਾਹਿਬ ਜੀ ਚੱਲ ਰਹੇ ਨੇ। ਸਾਹਿਬਾਂ ਦੇ ਵਾਸਤੇ, ਗੁਰੂ ਸਾਹਿਬ ਦੇ ਲਈ ਭਾਈ ਗੁਲਾਬਾ ਮਸੰਦ ਗਿਰੀਆਂ ਰਗੜ ਕੇ, ਹਰੀਆਂ ਇਲਾਇਚੀਆਂ, ਇਹ ਵੀ ਠੰਡੀਆਂ ਹੁੰਦੀਆਂ, ਅੰਦਰ ਠੰਡ ਵਰਤਾਉਂਦੀਆਂ ਨੇ, ਅੰਦਰ ਦੇ ਪਿੱਤ ਦੇ ਰੋਗ ਨੂੰ ਸ਼ਾਂਤ ਕਰਦੀ ਹੈ। ਇਹ ਜੋ ਮਹਾਰਾਜ ਸਾਹਿਬ ਜੀ ਦੁਆਰਾ ਚਲਾਈ ਮਰਿਆਦਾ, ਗਿਰੀਆਂ, ਕਾਲੀਆਂ ਮਿਰਚਾਂ ਅਤੇ ਫਿਰ ਇਲਾਇਚੀਆਂ, ਕੁਝ ਹੋਰ ਵਸਤੂਆਂ ਵਿੱਚ ਗੁਲਾਬ ਆਦਿਕ ਦੇ ਫੁੱਲ ਵੀ ਖੁਸ਼ਬੂ ਵਾਸਤੇ ਪਾ ਕੇ ਸੋਹਣੀ ਦੇਗ ਤਿਆਰ ਕਰਕੇ ਲਿਆਏ ਗੁਲਾਬਾ ਪਾਸ। ਗੁਲਾਬਾ ਮਸੰਦ ਰਸਤਾਂ ਲਿਆਇਆ ਏ, ਸਿੰਘਾਂ ਨੇ ਰਗੜਾ ਲਾਇਆ, ਸ਼ਰਦਾਈ ਮਹਾਰਾਜ ਸਾਹਿਬ ਜੀ ਨੂੰ ਛਕਣ ਵਾਸਤੇ ਦਿੱਤੀ ਹੈ। ਪੂਰ ਕਟੋਰਾ ਪਾਨ ਤੇ ਸਰਬਲੋ ਦਾ ਵਾਟਾ ਸੀ, ਭਰ ਕੇ ਮਹਾਰਾਜ ਸਾਹਿਬ ਜੀ ਨੂੰ ਦਿੱਤਾ। ਹੈ ਗਰੀਬ ਨਿਵਾਸ ਸਾਹਿਬ ਜੀ ਆਪ ਛਕੋ, ਸਭ ਪਿਆਸ ਬਿਨਾਚੀ। ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਸ਼ਰਦਾਈ ਛਕੀ, ਭਾਵੇਂ ਕਿ ਸਿਆਲ ਦੀ ਰੁੱਤ ਹੈ, ਲੰਮਾ ਪੈਂਡਾ ਤੈਅ ਕਰਕੇ ਆਏ ਸਨ,
ਕਈ ਦਿਨਾਂ ਦੇ ਕੜਾਕੇ ਦੇ ਵਿੱਚ ਸਨ, ਜਿਸ ਕਰਕੇ ਅੰਦਰ ਧਿਆ ਬਹੁਤ ਲੱਗੀ ਸੀ। ਮਹਾਰਾਜ ਨੇ ਜਦੋਂ ਛਕੀ ਸ਼ਰਦਾਈ ਤਾਂ ਸਾਰੀ ਪਿਆਸ ਨਾਸ ਹੋ ਗਈ, ਅੰਦਰ ਠੰਡ ਪਈ, ਸ਼ਾਂਤ ਵਰਤੀ ਹੈ। ਸਾਨੀ ਛੰਦ ਸਰਦ ਨੀਰ ਬਰਪਾਨ ਤੇ ਸਰਦ ਨੀਰ ਕਹਿੰਦੇ ਸਿਆਲ ਦੀ ਰੁੱਤ ਹੋਣ ਕਰਕੇ ਠੰਡਾ ਜਲ ਹੈ, ਤੇ ਠੰਡਾ ਜਲ ਬੜਾ ਸ੍ਰੇਸ਼ਟ। ਸਭ ਪਿਆਸ ਬਿਨਾਚੀ ਉਹ ਜਲ ਦੇ ਸਹਿਜ ਜੋ ਛਾਣਾ ਲਾ ਕੇ ਸ਼ਰਦਾਈ ਤਿਆਰ ਕੀਤੀ, ਇਹ ਵੀ ਇੱਕ ਤਰ੍ਹਾਂ ਦੀ ਨਿਆਮਤ ਹੈ, ਇੱਕ ਤਰ੍ਹਾਂ ਦੀ ਬਹੁਤ ਵੱਡੀ ਸਾਧ ਸੰਗਤ ਦੀ ਦਵਾਈ ਹੈ। ਜਦੋਂ ਗੁਰੂ ਸਾਹਿਬ ਜੀ ਨੇ ਛਕੀ ਤਾਂ ਸਾਰੀ ਪਿਆਸ ਤਰੇ ਦੂਰ ਹੋ ਗਈ ਹੈ, ਅੰਦਰੋਂ ਪਿੱਤ ਸ਼ਾਂਤ ਹੋ ਗਈ, ਅੰਦਰ ਦੀ ਖੁਸ਼ਕੀ ਦੂਰ ਹੋ ਗਈ ਹੈ। ਅਰਕ ਦੁਗਧ ਕੋ ਦੁਰਿ ਅਮਲ ਕਿਉਂਕਿ ਜਦੋਂ ਮਹਾਰਾਜ ਸਾਹਿਬ ਝਾੜ ਸਾਹਿਬ, ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ, ਇੱਥੇ ਸਾਹਿਬ ਨੇ ਸਰੀਰ ਦੀ ਜੋ ਥਕਾਵਟ ਨੂੰ ਮੇਟਣ ਦੇ ਲਈ ਜੋ ਵੈਦ ਹਕੀਮ ਦੱਸਦੇ ਸਨ ਵੀ ਮੌਕੇ ਤੇ ਜੋ ਅੱਕ ਦਾ ਦੁੱਧ ਹੈ ਵੀ ਕੰਮ ਆਉਂਦਾ, ਤੇ ਮਹਾਰਾਜ ਨੇ ਥੋੜਾ ਜਿਹਾ ਕੁਝ ਬੂੰਦਾ ਉਹ ਦੁੱਧ ਛਕਿਆ ਸੀ ਸਰੀਰ ਦੇ ਦੁੱਖ ਨੂੰ ਦੂਰ ਕਰਨ ਵਾਸਤੇ, ਉਹਦੇ ਨਾਲ ਖੁਸ਼ਕੀ ਅੰਦਰ ਹੋ ਗਈ। ਬੜੀ ਉਸ਼ਨ ਪ੍ਰਕਾਸ਼ੀ ਤੇ ਕਹਿੰਦੇ ਵੀ ਬਹੁਤੀ ਖੁਸ਼ਕੀ ਹੋਣ ਕਰਕੇ ਮਹਾਰਾਜ ਨੂੰ ਧਿਆ ਲੱਗੀ ਸੀ, ਪਿਆਸ ਲੱਗੀ ਸੀ ਕਲਗੀਧਰ ਸਾਹਿਬ ਨੂੰ। ਔਰ ਆਨੰਦ ਕੋ ਮਾਨ ਕਰ ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਬਾਟਾ ਭਰ ਕੇ ਸ਼ਰਦਾਈਆਂ ਦਾ ਛਕਿਆ ਤੇ ਬਹੁਤਾ ਹੀ ਆਨੰਦ ਮੰਨਿਆ, ਬੜੇ ਖੁਸ਼ ਹੋਏ ਕਲਗੀਧਰ ਮਹਾਰਾਜ। ਉੱਠ ਚਹਿਓ ਪਿਆਨਾ ਫੇਰ ਮਹਾਰਾਜ ਸਾਹਿਬ ਕਹਿੰਦੇ ਵੀ ਹੁਣ ਉੱਠ ਕੇ ਇਥੋਂ ਆਪਾਂ ਪਿਆਨਾ ਕਰੀਏ। ਚਰਨ ਫਾਲ ਰੇ ਬਹੁ ਪਰੇ ਤੁਰਨਾ ਚਾਹੁੰਦੇ ਨੇ, ਬਾਗ ਦੀ ਸੈਰ ਕਰਨਾ ਚਾਹੁੰਦੇ ਨੇ ਕਲਗੀਧਰ ਸਾਹਿਬ, ਪਰ ਮਹਾਰਾਜ ਸਾਹਿਬ ਦੇ ਚਰਨਾਂ ਤੇ ਛਾਲੇ ਪਏ ਹੋਏ ਨੇ, ਨਰ ਲੀਲਾ ਕਰਕੇ ਵਿਖਾ ਰਹੇ ਨੇ। ਜਿਹਦੇ ਛਾਲੇ ਮਹਾਰਾਜ ਸਾਹਿਬ ਨੂੰ ਕੀ ਕਰ ਸਕਦੇ ਸਨ, ਪਰ ਸਾਹਿਬਾਂ ਨੇ ਨਰ ਲੀਲਾ ਕਰਕੇ ਵਿਖਾਈ ਹੈ, ਮਾਨਵੀ ਲੀਲਾ ਕਰਕੇ ਵਿਖਾਈ, ਚਰਨਾਂ ਤੇ ਛਾਲੇ ਪਏ ਹਨ। ਦਾ ਖੇਦ ਮਹਾਨਾ ਜਿਸ ਕਰਕੇ ਉਹ ਪ੍ਰਤੀਤ ਹੋ ਰਿਹਾ ਵੀ ਬੜਾ ਖੇਦ ਹੈ ਵੀ ਚਰਨ ਜਿਹੜੇ ਹਨ ਇਹਨਾਂ ਦੇ ਪੂਰਾ ਭਾਰ ਨਹੀਂ ਪੈਂਦਾ, ਤੁਰਨ ਵਿੱਚ ਮੁਸ਼ਕਲ ਹੈ। ਮਾਨ ਸਿੰਘ ਬਲਵੰਤ ਤਬ ਤੇ ਭਾਈ ਮਾਨ ਸਿੰਘ ਜੀ ਬਾਲਾ ਹੀ ਬਲ ਵਾਲਾ ਨੇ, ਅੰਗ ਸਿੰਘ ਮਹਾਰਾਜ ਦਾ। ਇਹਨੇ ਜਦੋਂ ਵੇਖਿਆ ਵੀ ਕਲਗੀਧਰ ਮਹਾਰਾਜ ਚੱਲਣਾ ਚਾਹੁੰਦੇ ਨੇ ਪਰ ਚਰਨਾਂ ਤੇ ਮਹਾਰਾਜ ਦੇ ਭਾਰ ਨਹੀਂ ਪੈਂਦਾ, ਬਲ ਸਾਥੀ ਉਠਾਏ ਇਹਨੇ ਬਲ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਆਪਣੇ ਗਧੇੜੇ ਚੁੱਕ ਲਿਆ। ਇਹ ਮਾਨੋ ਵੀ ਪਰਖੀ ਹੋ ਰਹੀ ਜਾਂ ਦੁਨੀਆ ਨੂੰ ਜਣਾ ਰਹੇ ਨੇ ਵੀ ਜਿਹੜਾ ਗੁਰੂ ਸਾਰੀ ਸ੍ਰਿਸ਼ਟੀ ਦਾ ਭਾਰ ਚੁੱਕਣ ਵਾਲਾ ਏ, ਉਸ ਗੁਰੂ ਨੇ ਆਪਣੇ ਸਿੱਖ ਵੀ ਐਸੇ ਤਿਆਰ ਕਰਤੇ ਵੀ ਉਹ ਵੀ ਆਪਣੇ ਗੁਰੂ ਦੇ ਵਾਂਗ ਹੀ ਭਾਰ ਚੁੱਕ ਸਕਦਾ ਹੈ। ਕਲਗੀਧਰ ਮਹਾਰਾਜ ਨੂੰ ਆਪਣੇ ਕੰਧੇ ਤੇ, ਆਪਣੇ ਗਧੇੜੇ ਤੇ ਭਾਈ ਮਾਨ ਸਿੰਘ ਜੀ ਨੇ ਉਠਾ ਲਿਆ। ਗਏ ਸੋਚ ਹਿਤ ਕਰਨ ਕੇ ਸਰੀਰ ਦੀ ਕਿਰਿਆ ਸੋਧਣੀ ਸੀ, ਮਹਾਰਾਜ ਸਾਹਿਬ ਜੀ ਨੇ ਕਿਰਿਆ ਸੋਧਣ ਦੇ ਵਾਸਤੇ ਜੰਗਲ ਮੈਦਾਨ ਗਏ। ਤਟ ਸਲਤਾ ਥਾਏ ਨੇੜੇ ਹੀ ਥੋੜਾ ਕੋਈ ਜਲ ਵਹਿੰਦਾ ਸੀ, ਉਸ ਨਦੀ ਦੇ ਕੰਢੇ ਤੇ ਮਹਾਰਾਜ ਸਾਹਿਬ ਜੀ ਪਹੁੰਚੇ ਹਨ। ਬੜੀ ਝੀਲ ਬੇਲਾ ਖਰਿਓ ਕਹਿੰਦੇ ਝੀਲ ਵਗ ਰਹੀ ਹੈ ਤੇ ਚਾਰ ਸਫੇਰੇ ਉਹਦੇ ਕੰਢਿਆਂ ਤੇ ਬਹੁਤ ਬੇਲਾ, ਭਾਵ ਕੇ ਸੰਘਣੇ ਝਾੜ ਹਨ, ਛੰਭ ਬਣਿਆ ਹੋਇਆ ਏ। ਮੈਂ ਦਿਖਤ ਨਜ਼ਦੀਕ ਇਹਨਾਂ ਕਹਿੰਦੇ ਸੰਘਣਾ ਵੀ ਨੇੜੇ ਤੋਂ ਨੇੜੇ ਵੀ ਕੋਈ ਹੋਵੇ ਉਹ ਵੀ ਨਹੀਂ ਦਿਖਦਾ। ਘਾਹ ਪਟੇਰਾ ਆਦ ਤ੍ਰਿਣ ਘਾਹ ਹੋਇਆ ਏ ਪਟੇਰਾ, ਉੱਚੇ ਘਾਹੀ ਦੇ ਦੱਬ ਵਰਗਾ ਇੱਕ ਪ੍ਰਕਾਰ ਦੇ ਨਾਲੇ ਵੀ ਕਿਸਮ ਹੀ ਹੈ। ਕਹਿੰਦੇ ਉੱਚੇ ਉੱਚੇ ਪਟੇਰੇ ਹੋਏ ਨੇ, ਘਾਹ ਦੱਬ ਆਦਿਕ ਬਹੁਤ ਸੰਘਣੀ ਹੋਣ ਕਰਕੇ ਨੇੜੇ ਤੋਂ ਨੇੜੇ ਵੀ ਕੋਈ ਦਿਖਾਈ ਨਹੀਂ ਦਿੰਦਾ। ਤ੍ਰਿਣ ਸੰਗਣ ਤੈਨਿਕਾ ਤੇ ਜਿਹੜਾ ਘਾਹ ਹੈ ਉਹ ਵੀ ਬੜਾ ਸੰਘਣਾ ਹੈ। ਵਿਸ਼ੇ ਜਾਏ ਮਝਾਰ ਤੇ ਉਸ ਦੇ ਵਿੱਚ ਮਹਾਰਾਜ ਸਾਹਿਬ ਜੀ ਕਿਰਿਆ ਸੋਧਣ ਦੇ ਵਾਸਤੇ ਪ੍ਰਵੇਸ਼ ਕੀਤਾ ਕਲਗੀਧਰ ਮਹਾਰਾਜ ਨੇ। ਕਰ ਸੋਚ ਪਿਆਨੇ ਤੇ ਗਰੀਬ ਨਿਵਾਸ ਸਾਹਿਬ ਜੀ ਜਦੋਂ ਜਾ ਕੇ ਪ੍ਰਵੇਸ਼ ਕੀਤੇ, ਪ੍ਰਵੇਸ਼ੇ ਜਾਏ ਮਝਾਰ ਤੇ ਕਰ ਸੋਚ ਪਿਆਨੇ, ਤੇ ਜਦੋਂ ਸਰੀਰ ਦੀ ਕਿਰਿਆ ਸੋਧ ਲਈ ਤੇ ਫਿਰ ਮਹਾਰਾਜ ਸਾਹਿਬ ਜੀ ਉੱਥੋਂ ਜਲ ਵਰਤ ਕੇ ਚੱਲ ਪਏ। ਉਪਬਨ ਕੋ ਆਵਨ ਲਗੇ ਉੱਥੋਂ ਚੱਲ ਕੇ ਤੇ ਜਿਹੜਾ ਭਾਈ ਗੁਲਾਬੇ ਦੇ ਪੰਜਾਬੇ ਮਸੰਦ ਦਾ ਬਾਗ ਸੀ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਪਸ ਆਉਣ ਲੱਗੇ ਹਨ। ਤ੍ਰਿਣ ਚੀਰ ਮਹਾਨੇ ਤ੍ਰਿਣ ਚੀਰ ਮਹਾਨੇ, ਉਹ ਘਾਹ ਤਿੱਖਾ ਜਿਹਾ ਦੱਬ ਜੀ, ਕਾਈ ਜੀ, ਹੋਰ ਘਾਹ ਆਦਿਕ ਮੋੜੀਆਂ ਜੀਆਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਜੋ
ਬਸਤਰ ਹਨ, ਜਾਂ ਗਰੀਬ ਨਵਾਜ਼ ਸਾਹਿਬ ਜੀ ਦੇ ਜੋ ਚਰਨ ਕਮਲ ਨੇ, ਜੋ ਸਤਿਗੁਰੂ ਸਾਹਿਬ ਜੀ ਦੀਆਂ ਲੱਤਾਂ ਹਨ, ਉਹਨਾਂ ਦੇ ਚੀਰਾ ਪਾਇਆ। ਸਤਿਗੁਰੂ ਮਹਾਰਾਜ ਸਾਹਿਬ ਦੇ ਕੁਝ ਜ਼ਖਮ ਲੱਗੇ ਹਨ। ਤੈ ਮੈਂ ਕੀ ਚਾਰਤ ਫਿਰਤ, ਉਥੋਂ ਤਾਂ ਸਹਿਜੇ ਮਹਾਰਾਜ ਸਾਹਿਬ ਚੱਲ ਪਏ ਤੇ ਨੇੜੇ ਹੀ ਸੰਘਣਾ ਘਾਹ ਵੇਖ ਕੇ ਕੋਈ ਮੱਝਾਂ ਨੂੰ ਚਾਰਨ ਵਾਲਾ ਮਾਹੀ ਮੱਝਾਂ ਚਾਰ ਰਿਹਾ ਸੀ। ਇੱਕ ਮੂਰਖ ਮਾਹੀ, ਆ ਮਾਹੀ ਕਹਿੰਦੇ ਨੇ ਜਿਹੜਾ ਮੱਝਾਂ ਨੂੰ ਚਾਰਦਾ ਹੋਵੇ, ਉਹਨੂੰ ਮਾਹੀ ਵੀ ਕਹਿ ਦਿੰਦੇ ਐ, ਵਾਗੀ ਵੀ ਕਹਿ ਦਿੰਦੇ ਐ, ਛੇੜੂ ਵੀ ਕਹਿ ਦਿੰਦੇ ਐ। ਵੱਖੋ ਵੱਖ ਇਲਾਕੇ ਬੋਲੀ ਦੇ ਹਿਸਾਬ ਨਾਲ ਨਾਮ ਹੁੰਦਾ ਪਸ਼ੂਆਂ ਨੂੰ ਚਾਰਨ ਵਾਲੇ ਜਿਹੜੇ। ਤੇ ਕਹਿੰਦੇ ਵੀ ਮੂਰਖ ਜਿਹਾ ਸੀ, ਕੋਈ ਬਹੁਤਾ ਸਿਆਣਾ ਨਹੀਂ, ਉਹ ਮੱਝਾਂ ਚਾਰਨ ਵਾਲਾ ਉੱਥੇ ਮੱਝਾਂ ਚਾਰ ਰਿਹਾ ਸੀ ਜਿੱਥੇ ਮਹਾਰਾਜ ਸਾਹਿਬ ਜੀ ਸਨ। ਆਵਤ ਗੁਰੂ ਬਿਲੋਕ ਤਿਸ, ਇਹਨੇ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਉਂਦਿਆਂ ਹੋਇਆ। ਬਿਸਮਿਓ ਮਨ ਮਾਹੀ, ਤੇ ਵੇਖ ਕੇ ਮਹਾਰਾਜ ਸਾਹਿਬ ਜੀ ਨੂੰ ਬੜਾ ਹੀ ਮਨ ਦੇ ਵਿੱਚ ਹੈਰਾਨ ਹੋਇਆ। ਮਨ ਜਾਣੀ ਇਹ ਸਿੰਘ ਹੈ, ਇਹਨੂੰ ਇਹਨਾਂ ਤੇ ਨਹੀਂ ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਰ ਸਤਿਗੁਰੂ ਸਾਹਿਬ ਦਾ ਦਮਾਲਾ ਵੇਖ ਕੇ, ਸੋਹਣਾ ਬਾਣਾ ਪਾਇਆ, ਕਮਰ ਕੱਸਾ ਕੀਤਾ, ਇਹ ਵੇਖ ਕੇ ਨੂੰ ਇਉਂ ਲੱਗਾ ਵੀ ਜਿਵੇਂ ਕੋਈ ਗੁਰੂ ਦਾ ਸਿੰਘ ਆ ਰਿਹਾ ਹੈ। ਤਦ ਚਲੇ ਲੜਾਈ, ਤੇ ਇਹ ਕਦੇ ਘੇਰੇ ਦੇ ਵਿੱਚੋਂ ਵੈਰੀਆਂ ਦੇ ਨਿਕਲ ਕੇ ਆਏ ਨੇ ਤੇ ਜੰਗ ਦੇ ਵਿੱਚੋਂ ਨਿਕਲ ਕੇ ਕਿਤੇ ਅੱਗੇ ਜਾ ਰਹੇ ਹਨ ਸਿੰਘ। ਮੈਂ ਅਬ ਕਰੂੰ ਪੁਕਾਰ ਕੋ, ਇਹ ਮੱਝਾਂ ਚਾਰਨ ਵਾਲੇ ਮਾਈ ਨੇ ਸੋਚਿਆ ਵੀ ਇਹ ਸਿੰਘ ਹੈ, ਕੋਈ ਨਿਕਲ ਚੱਲਿਆ ਤੇ ਮੈਨੂੰ ਚਾਹੀਦਾ ਵੀ ਉੱਚੀ ਉੱਚੀ ਪੁਕਾਰ ਕਰਾਂ, ਰੌਲਾ ਪਾਵਾਂ, ਤੇ ਰੌਲਾ ਪਾ ਕੇ ਕੋਈ ਸਿਪਾਹੀ ਆਦਿਕ ਨੇੜੇ ਹੋਣ ਤੇ ਉਹਨਾਂ ਨੂੰ ਇਕੱਠੇ ਕਰ ਲਵਾਂ। ਦੈ ਆਓ ਪਕਰਾਈ, ਤੇ ਮੈਂ ਸਰਕਾਰ ਨੂੰ ਸਿੰਘ ਫੜਾ ਕੇ ਤੇ ਇਨਾਮ ਲਵਾਂ, ਕਿਉਂਕਿ ਸਾਧ ਸੰਗਤ ਜੀ ਸ਼ੁਰੂ ਤੋਂ ਹੀ ਐਸਾ ਸਮਾਂ ਰਿਹਾ ਏ ਵੀ ਗੁਰੂ ਕੇ ਖਾਲਸਿਆਂ ਨੂੰ, ਸਰਕਾਰਾਂ ਨੂੰ ਫੜਾਉਣ ਵਾਲੇ ਜਿਹੜੇ ਨੇ ਉਹ ਇਨਾਮ ਭਾਲਦੇ ਨੇ। ਇਹ ਮੂਰਖ ਮਾਹੀ ਨੇ, ਇਹ ਮੱਝਾਂ ਦੇ ਚਾਰਨ ਵਾਲੇ ਨੇ ਸੋਚਿਆ ਵੀ ਕੋਈ ਗੁਰੂ ਕਾ ਸਿੰਘ ਆ, ਵੀ ਮੈਂ ਇੱਥੇ ਰੌਲਾ ਪਾਵਾਂ ਤੇ ਰੌਲਾ ਪਾ ਕੇ ਤੇ ਸਰਕਾਰ ਦੇ ਬੰਦਿਆਂ ਨੂੰ ਫੜਾ ਦਵਾਂ। ਇਮ ਨਿਸ਼ਚੈ ਕਰਿ ਉਚਤੋ ਨਾ, ਇਸ ਤਰ੍ਹਾਂ ਮਨ ਵਿੱਚ ਨਿਸ਼ਚਾ ਕਰਕੇ ਤੇ ਉੱਚੀ ਉੱਚੀ ਕਹਿਣ ਲੱਗਾ, ਕੋਈ ਸਰਕਾਰੀ ਬੰਦਾ ਨੇੜੇ ਹੈ, ਕੋਈ ਸਿਪਾਹੀ ਨੇੜੇ ਹੈ ਤਾਂ ਛੇਤੀ ਇੱਧਰ ਆਵੋ। ਮੁਖ ਬਾਗ ਪੁਕਾਰਾ, ਆਪਣੇ ਮੁਖੋਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਇੱਧਰ ਫਿਰਦੇ ਨੇ, ਜੇ ਕੋਈ ਸਿਪਾਹੀ ਹੋਵੇ ਤਾਂ ਛੇਤੀ ਇੱਥੇ ਆਵੇ। ਸਿੰਘ ਭਲਾਏ ਜਾਤ ਹੈ, ਉਹ ਵੇਖੋ ਸਿੰਘ ਭੱਜੇ ਜਾਂਦੇ ਹਨ, ਜੇ ਫੜਨਾ ਚਾਹੁੰਦੇ ਹੋ ਤਾਂ ਆ ਜਾਓ। ਇਹਨੇ ਉੱਚੀ ਉੱਚੀ ਏਦਾਂ ਸਾਧ ਸੰਗਤ ਮਾਹੀ ਨੇ, ਇਹ ਮੱਝਾਂ ਦੇ ਚਰਵਾਹੇ ਨੇ ਰੌਲਾ ਪਾਇਆ। ਇਹ ਝੀਲ ਮਝਾਰਾ, ਆ ਕਹਿੰਦੇ ਵੀ ਵੇਖੋ ਵੀ ਇਹ ਕੋਈ, ਹਾਂਜੀ, ਸਿੰਘ ਇਹ ਝੀਲ ਮਝਾਰਾ, ਸਿੰਘ ਬੁਲਾਏ ਜਾਤ ਹੈ, ਇਹ ਝੀਲ ਮਝਾਰਾ ਵੀ ਆ ਜਿਹੜੀ ਝੀਲ ਹੈ ਇਹ ਨਦੀ ਹੈ, ਇਹਦੇ ਕੰਢੇ ਆਓ, ਨਦੀ ਦੇ ਕੰਢੇ ਕੰਢੇ ਸਿੰਘ ਭੱਜੇ ਜਾ ਰਹੇ ਹਨ। ਸ੍ਰੀ ਗੁਰ ਬੋਲੇ ਧਰਮ ਸਿੰਘ, ਆ ਜਦੋਂ ਇਹ ਮੱਝਾਂ ਚਾਰਨ ਵਾਲਾ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਤਾਂ ਭਾਈ ਧਰਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਇਹ ਜਾਣ ਨਾ ਪਾਵੇ। ਮਹਾਰਾਜ ਕਹਿੰਦੇ ਵੀ ਆ ਜਿਹੜਾ ਮੂਰਖ ਜਿਹਾ ਇਹ ਮੱਝਾਂ ਚਾਰਨ ਵਾਲਾ ਰੌਲਾ ਪਾਉਂਦਾ ਹੈ ਨਾ, ਕਹਿੰਦੇ ਭੱਜ ਕੇ ਇਹਨੂੰ ਫੜੋ, ਇਹ ਨਾ ਹੋਵੇ ਵੀ ਇਹ ਤੁਹਾਨੂੰ ਵੇਖ ਕੇ ਦੌੜ ਜਾਵੇ, ਫਿਰ ਭੱਜਣਾ ਨਹੀਂ ਚਾਹੀਦਾ, ਇਹਨੂੰ ਦੱਸਦੇ ਆਪਾਂ। ਗਿਆਨੋ ਮਤ ਮੰਦ ਕੋ, ਇਹ ਮੰਦੀ ਮਤ ਵਾਲੇ ਨੂੰ ਮਹਾਰਾਜ ਕਹਿੰਦੇ ਫੜ ਕੇ ਸਾਡੇ ਕੋਲ ਲਿਆਓ, ਇਹਨੂੰ ਅਸੀਂ ਸਿੱਧਿਆਂ ਕਰਦੇ ਹਾਂ, ਨਾ ਰੌਲੇ ਉਠਾਵੇ। ਇਸ ਤਰ੍ਹਾਂ ਇਹਨੂੰ ਪਕੜ ਕੇ ਲਿਆਓ ਵੀ ਇਹ ਹੋਰ ਰੌਲਾ ਨਾ ਪਾਵੇ, ਐਵੇਂ ਬਕਵਾਸ ਜੀ ਨਾ ਕਰੇ। ਸੁਣ ਕੇ ਹਰ ਸੰਵੇਗ ਕਰ, ਜਦੋਂ ਕਲਗੀਧਰ ਮਹਾਰਾਜ ਦਾ ਵਚਨ ਸੁਣਿਆ ਪਿਆਰੇ ਭਾਈ ਧਰਮ ਸਿੰਘ ਨੇ ਤੇ ਬਹੁਤ ਹੀ ਤੇਜ਼ੀ ਦੇ ਨਾਲ, ਬਹੁਤ ਹੀ ਕਾਲੀ ਦੇ ਨਾਲ ਪਕਰਿਓ ਤਤਕਾਲਾ, ਸੁਣ ਕੇ ਹਰ ਸੰਵੇਗ ਕਰ, ਜਿਵੇਂ ਸ਼ੇਰ ਸਾਧ ਸੰਗਤ ਸ਼ਿਕਾਰ ਤੇ ਜਦੋਂ ਪੈਂਦਾ ਏ ਤੇ ਬੜੀ ਤੇਜ਼ੀ ਦੇ ਨਾਲ ਛਲਾਂਗਾ ਪੁੱਟਦਾ, ਛਾਲ ਮਾਰਦਾ, ਐਵੇਂ ਭਾਈ ਧਰਮ ਸਿੰਘ ਜੀ ਨੇ ਸੁਣ ਕੇ ਹਰ ਸੰਵੇਗ ਕਰ ਪਕੜਿਓ ਤਤਕਾਲਾ। ਉਹ ਦੂਰ ਖਲੋਤਾ ਜਿਹੜਾ ਮੱਝੀਆਂ ਦੇ ਚਾਰਨ ਵਾਲਾ ਰੌਲਾ ਪਾ ਰਿਹਾ ਸੀ, ਵੇਖ ਕੇ ਭੱਜਣ ਲੱਗਾ, ਪਰ ਪਿਆਰੇ ਭਾਈ ਧਰਮ ਸਿੰਘ ਨੇ ਜਾਤ ਬੁੱਚਿਆ। ਆਨਿਓ ਸਤਿਗੁਰ ਕੇ ਨਿਕਟ, ਫੜ ਕੇ ਇਹਨੂੰ ਬਾਹ ਮਰੋੜ ਕੇ ਪਿੱਛੇ ਨੂੰ ਕਰ ਲਈ ਤੇ ਲੱਕ ਦੇ ਵਿੱਚ ਗੋਡਾ ਮਾਰ ਕੇ ਤੋੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲੈ ਆਂਦਾ। ਡਰ ਗਇਓ ਵਿਸਾਲਾ, ਇਹ ਬਹੁਤਾ ਹੀ ਡਰ ਗਿਆ ਜਦੋਂ ਫੜ ਕੇ ਮਹਾਰਾਜ ਦੇ ਕੋਲ ਲਿਆਂਦਾ। ਕਉ ਕੁੱਟਣ ਕੂਕਿਓ ਕਹਾ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਉਹ ਕੁੱਟਣਿਆ
ਉਹ ਬੇਵਕੂਫਾ ਕੀ ਤੂੰ ਕਹਿੰਦੇ ਬਕਵਾਸ ਕਰਦਾ ਏ ਕਿਆ ਲਿਓ ਆ ਪੁਕਾਰੀ ਕੀ ਤੂੰ ਪੁਕਾਰ ਕਰਦਾ ਏ ਵੀ ਸਿਪਾਹੀਆਂ ਨੂੰ ਵੀ ਆ ਕੇ ਤੇ ਗੁਰੂ ਕੇ ਸਿੰਘ ਜਾ ਰਹੇ ਨੇ ਉਹਨਾਂ ਨੂੰ ਫੜ ਲੋ ਇਹ ਕੀ ਤੂੰ ਬਕਵਾਦ ਲਾਈ ਆ ਜੇ ਹਮ ਪਲਟਾ ਲੈ ਅਬ ਹੁਣ ਦੱਸ ਵੀ ਤੂੰ ਸਾਨੂੰ ਫੜਾਉਣਾ ਚਾਹੁੰਦਾ ਸੀ ਨਾ ਵੀ ਸਰਕਾਰ ਦੇ ਕੋਲ ਤੇ ਹੁਣ ਸਾਹਿਬ ਕਹਿੰਦੇ ਤੂੰ ਸਾਡੇ ਕਾਬੂ ਹੈ ਤੇ ਜੇ ਤੇਰੇ ਕੋਲ ਹੁਣ ਬਦਲਾ ਲਈਏ ਅਸੀਂ ਦਹਿ ਤੋਏ ਮਾਰੀ ਆ ਕਹਿੰਦੇ ਤੂੰ ਇੱਕ ਥੱਪੜ ਦੀ ਮਾਰ ਨਹੀਂ ਹੈ ਇੱਕ ਚਪੇੜ ਮਾਰ ਕੇ ਕਹਿੰਦੇ ਵੀ ਤੈਨੂੰ ਮਾਰ ਦੇਾਂਗੇ ਕਿਉਂਕਿ ਇੱਕ ਪਿੱਛੇ ਵੀ ਉਹ ਵੀ ਮੱਝਾਂ ਦੇ ਚਾਰਨ ਵਾਲਾ ਹੀ ਜਦੋਂ ਲਾਲਚ ਜਿਹਾ ਕੀਤਾ ਕਹਿੰਦੇ ਵੀ ਰੌਲਾ ਪਾਵਾਂਗੇ ਮਹਾਰਾਜ ਕੋਲ ਵੀ ਬਖਸ਼ਿਸ਼ ਲੈ ਲਈ ਤੇ ਰੌਲਾ ਪਾਉਣ ਦਾ ਸੋਚਿਆ ਇੱਕ ਪੁੱਠੇ ਹੱਥ ਜੀ ਚਪੇੜ ਮਾਰੀ ਸੀ ਪਾਤਸ਼ਾਹ ਨੇ ਉਹਦੇ ਦੰਦ ਦੁੰਦ ਜੇ ਸਾਰੇ ਬਾਹਰ ਨਿਕਲ ਗਏ ਤੇ ਗੂੰਗਾ ਬੋਲਾ ਹੋ ਕੇ ਗਿਆ ਕਰਨ ਹੁਣ ਇੱਥੇ ਦੂਸਰਾ ਮੱਝਾਂ ਦਾ ਚਰਵਾਹਾ ਹੈ ਪਾਤਸ਼ਾਹ ਕਹਿੰਦੇ ਜੇ ਬਦਲਾ ਲਈਏ ਤੂੰ ਤਾਂ ਇੱਕ ਚਪੇੜ ਦੀ ਸਾਡੇ ਸਿੰਘਾਂ ਦੀ ਮਾਰਨੀ ਹੈ ਤੇ ਜੇ ਇੱਕ ਹੀ ਵੱਜ ਗਈ ਫੇਰ ਕਹਿੰਦੇ ਵੀ ਤੂੰ ਸਾਹ ਨਹੀਂ ਲੈਣਾ ਇੱਥੇ ਖਤਮ ਕਰ ਦਈਏ ਦੱਸ ਹੁਣ ਸੁਣ ਮਾਹੀ ਕਰ ਜੋਰ ਕੈ ਜਦੋਂ ਮਹਾਰਾਜ ਦਾ ਬਚਨ ਸੁਣਿਆ ਤੇ ਨੇ ਦੋਵੇਂ ਹੱਥ ਜੋੜ ਲਏ ਤਰਲੇ ਕੱਢਣ ਲੱਗ ਪਿਆ ਬ੍ਰਿਧ ਬਾਕੀ ਉਚਾਰਾ ਤੇ ਉਸ ਵੇਲੇ ਬੇਨਤੀ ਕਰਨ ਲੱਗਾ ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਜਾਣਿਓ ਮੈਂ ਤੁਮ ਕੋ ਨਹੀਂ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪਛਾਣਿਆ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਹਨ ਗੁਰ ਆਪ ਹੀ ਉਦਾਰਾ ਇਹ ਮਹਾਰਾਜ ਮੈਂ ਭਲੇਖਾ ਖਾ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਗੁਰੂ ਕਲਗੀਧਰ ਸਾਹਿਬ ਜੀ ਐਡੇ ਉਦਾਰ ਸਤਿਗੁਰੂ ਦਿਆਲੂ ਸਤਿਗੁਰੂ ਜੀ ਆਪ ਤੁਰੇ ਆ ਰਹੇ ਹਨ ਸਿੰਘ ਕਹੂੰ ਕੇ ਜਾਤ ਹੈ ਮੈਂ ਤਾਂ ਮਹਾਰਾਜ ਸਮਝਿਆ ਵੀ ਕੋਈ ਸਿੰਘ ਕਿਧਰਲੇ ਪਾਸਿਓਂ ਆ ਕੇ ਤੇ ਕਿਧਰਲੇ ਪਾਸੇ ਜਾ ਰਹੇ ਨੇ ਇਮ ਜਾਨ ਪੁਕਾਰਾ ਇਸ ਕਰਕੇ ਮਹਾਰਾਜ ਜੀ ਮੈਂ ਜਾਣ ਕੇ ਪੁਕਾਰ ਕੀਤੀ ਵੀ ਕੋਈ ਸਿੰਘ ਜਾਪਦਾ ਜਾ ਰਿਹਾ ਮੈਨੂੰ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਆਪ ਹੋ ਸਿਮੋ ਅਬੇ ਨਹਿ ਬੋਲਹੁ ਆ ਕਹਿਣ ਲੱਗਾ ਮਹਾਰਾਜ ਬਖਸ਼ ਲੋ ਹੁਣ ਭੁੱਲ ਹੋ ਗਈ ਹੈ ਹੁਣ ਜ਼ਬਾਨ ਤੋਂ ਦੁਬਾਰਾ ਨਹੀਂ ਮੈਂ ਪੁਕਾਰ ਕਰਾਂਗਾ ਫੇਰ ਨਹੀਂ ਕਿਸੇ ਨੂੰ ਕੁਝ ਜਾ ਕੇ ਬੋਲਾਂਗਾ ਇਕ ਦਰਸ ਤੁਹਾਰਾ ਆ ਤੁਹਾਡੇ ਦਰਸ਼ਨ ਹੋ ਗਏ ਨੇ ਮਹਾਰਾਜ ਇੰਨੇ ਨਾਲ ਹੀ ਮੈਨੂੰ ਸਮਝ ਪੈ ਗਈ ਹੈ ਤੁਹਾਡੇ ਦਰਸ਼ਨ ਕਰ ਲਏ ਤੁਹਾਡੇ ਦਰਸ਼ਨ ਕਰਕੇ ਹੁਣ ਕਿਸੇ ਨੂੰ ਕੁਝ ਨਹੀਂ ਦੱਸਾਂਗਾ ਜਾ ਕੇ ਗੁਰੂ ਕਮਰ ਖੰਜਰ ਤਪੈ ਧੰਨ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਉਹ ਤੂੰ ਭਾਵੇਂ ਸਾਨੂੰ ਨਹੀਂ ਪਛਾਣਿਆ ਪਰ ਜੇ ਅਸੀਂ ਨਾ ਹੁੰਦੇ ਜੇ ਸਾਡਾ ਸਿੰਘ ਹੁੰਦਾ ਤੇ ਕੀ ਤੂੰ ਉਹਨੂੰ ਫੜਾਉਣਾ ਹੀ ਸੀ ਕਹਿਣ ਲੱਗਾ ਮਹਾਰਾਜ ਭੁੱਲ ਹੋ ਗਈ ਹੈ ਬਖਸ਼ ਲੋ ਫੇਰ ਨਹੀਂ ਇਹ ਗਲਤੀ ਕਰਦਾ ਜਦੋਂ ਇਹਨੇ ਹੱਥ ਜੋੜੇ ਮਹਾਰਾਜ ਸਾਹਿਬ ਦੇ ਕੋਲ ਮਾਫੀਆਂ ਮੰਗੀਆਂ ਤਾਂ ਸਾਹਿਬ ਜੀ ਦੇ ਕਮਰ ਕੱਸੇ ਦੇ ਵਿੱਚ ਅਨੇਕਾਂ ਹੀ ਸ਼ਸਤਰ ਸਨ ਉਹਨਾਂ ਦੇ ਵਿੱਚੋਂ ਇੱਕ ਬੜਾ ਹੀ ਕੀਮਤੀ ਖੰਜਰ ਜਿਹੜਾ ਪਿੱਛੇ ਵੀ ਮਹਾਰਾਜ ਨੇ ਮਾਹੀ ਨੂੰ ਦਿੱਤਾ ਸੀ ਫਿਰ ਵਾਪਸ ਲੈ ਲਿਆ ਤਿਸ ਕੋ ਕਰ ਦੀਨੋ ਉਹ ਮਹਾਰਾਜ ਨੇ ਕਮਰ ਕੱਸੇ ਦੇ ਵਿੱਚੋਂ ਖੰਜਰ ਕੱਢ ਕੇ ਤੇ ਉਹ ਮੱਝੀਆਂ ਦੇ ਚਾਰਨ ਵਾਲੇ ਨੂੰ ਦੇ ਦਿੱਤਾ ਹੀਰੇ ਜਰੇ ਜਰਾਵ ਮੈਂ ਜਿਹਦੇ ਵਿੱਚ ਕੀਮਤੀ ਹੀਰੇ ਹੋਰ ਜੜਾਵ ਜੜੇ ਹੋਏ ਹਨ ਜੇ ਕੀਮਤ ਪੀਨੋ ਜਿਸ ਖੰਜਰ ਦੇ ਉੱਤੇ ਲਗੇ ਹੋਏ ਨਗਾਂ ਦੀ ਕਹਿੰਦੇ ਬਹੁਤ ਹੀ ਕੀਮਤ ਹੈ ਸ਼ਸਤਰ ਵੀ ਬੜਾ ਕੀਮਤੀ ਹੈ ਤੇ ਹੀਰੇ ਆਦਿਕ ਬੜੇ ਮੁੱਲ ਦੇ ਹਨ ਪੁੱਤਰ ਪੌਤਰ ਲਗ ਸਜਨ ਮਹਿ ਮਹਾਰਾਜ ਕਹਿੰਦੇ ਵੀ ਆ ਤੂੰ ਦਰਸ਼ਨ ਕਰ ਲੈ ਤੇਰੇ ਤੇ ਕਿਰਪਾ ਆ ਗਈ ਆ ਤੇਰੇ ਪੁੱਤਰ ਕੀ ਤੇਰੇ ਅੱਗੇ ਪੋਤਰੇ ਆਦਿਕ ਕਰੀਏ ਗੁਜਰਾਨਾ ਜਿੰਨਾ ਵੀ ਤੇਰਾ ਟੱਬਰ ਹੈ ਨਾ ਉਹ ਸਾਰੇ ਦਾ ਕਹਿੰਦੇ ਪੁੱਤ ਪੋਤਰਿਆਂ ਤੀਕਰ ਗੁਜ਼ਾਰਾ ਚੱਲ ਜੂਗਾ ਏਡਾ ਇਹ ਕੀਮਤੀ ਸ਼ਸਤਰ ਹੈ ਵੇਚੈ ਕਈ ਹਜ਼ਾਰ ਕੋ ਅਜੇ ਕੋਲ ਰੱਖੇਗਾ ਤਾਂ ਵੀ ਕਮੀ ਨਹੀਂ ਜੇ ਕਿਸੇ ਸੂਰਮੇ ਨੂੰ ਵੇਚ ਵੀ ਦਵੇਂਗਾ ਜਿਹੜਾ ਕੋਈ ਸ਼ਸਤਰਾਂ ਦਾ ਪ੍ਰੇਮੀ ਹੈ ਤਾਂ ਕਈ ਹਜ਼ਾਰ ਰੁਪਈਆ ਧਨ ਪਾਏ ਮਹਾਨਾ ਬਹੁਤਾ ਧਨ ਤੈਨੂੰ ਪ੍ਰਾਪਤ ਹੋਵੇਗਾ ਮੈਂ ਬੋਲੋ ਘਰ ਗਮਨ ਕਰ ਹੁਣ ਕਹਿੰਦੇ ਵੀ ਇਹ ਬਖਸ਼ਿਸ਼ ਹੈ ਸਾਡੇ ਵੱਲੋਂ ਲੈ ਲਾਇਆ ਤੇ ਹੁਣ ਕਿਸੇ ਤਰ੍ਹਾਂ ਦਾ ਕੋਈ ਬੋਲ ਕਬੋਲ ਜਾਂ ਰੌਲਾ ਆਦਿਕ ਨਹੀਂ ਪਾਉਣਾ ਸ਼ੋਰ ਹੈ ਅਬ ਤੋਹੀ ਚੁੱਪ ਕਰਕੇ ਆਪਣੇ ਘਰੇ ਚਲੇ ਜਾ ਜਿਹੜੀ ਤੂੰ ਮੁਆਫੀ ਮੰਗੀ ਇਸ ਕਰਕੇ ਤੈਨੂੰ ਸਾਹਿਬ ਜੀ ਕਹਿੰਦੇ ਵੀ ਛੱਡ ਰਹੇ ਹਾਂ ਸੁਨ ਕਰ ਮਾਹੀ ਨਮੋ ਕਰ ਉਹ ਜੋ ਮੂਰਖ ਜਿਹਾ ਮਾਹੀ ਸੀ ਮਹਾਰਾਜ ਦੇ ਦਰਸ਼ਨ ਕਰਕੇ ਨਾਲੇ ਗੁਰਬਾਣੀ ਵੀ ਕਹਿੰਦੀ ਆ ਮੂਰਖ ਗੰਢ ਪਵੈ ਮੋਹਿ ਮਾਰ ਕਹਿੰਦੇ ਜਿਹੜਾ ਕੋਈ ਕਹਿੰਦੇ ਨਾ ਵੀ ਮੂਰਖ ਹੈ ਜਦੋਂ ਉਹਨੂੰ ਮਾਰ ਪਵੇ ਜਾਂ ਮਾਰ ਪੈਂਦੀ ਦਿਖੇ ਉਹ ਫਿਰ ਸਿਆਣਾ ਬਣ ਜਾਂਦਾ ਜਾਂ ਇਹਦੇ ਕੁਝ ਭਾਗ ਵੀ ਜਾਗ ਪਏ ਸਾਹਿਬਾਂ ਦੇ ਦਰਸ਼ਨ ਕਰਕੇ
ਚੁੱਪ ਕਰਕੇ ਨਮਸਕਾਰ ਕਰਕੇ ਆਪਣੇ ਘਰੇ ਚਲਾ ਗਿਆ। ਮੁਖ ਦੂਸ਼ਣ ਹੋਈ ਆ ਮੁਖੋਂ ਚੁੱਪ ਹੀ ਹੋਇਆ, ਕਿਸੇ ਨੂੰ ਜਾ ਕੇ ਕੋਈ ਵੀ ਬਚਨ ਨਹੀਂ ਕੀਤਾ, ਕੋਈ ਗੱਲ ਨਹੀਂ ਕੀਤੀ। ਆਏ ਬਿਰਾਜੈ ਬਾਗ ਮਹਿ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਉਹ ਭਾਈ ਗੁਲਾਬੇ ਮਸੰਦ ਦੇ ਬਾਗ ਵਿੱਚ ਆ ਕੇ ਫਿਰ ਬਰਾਜ ਗਏ। ਦਿਨ ਸਕਲ ਬਿਤਾਇਓ ਗੱਲ ਕੀ ਵੀ 9 ਪੋਹ, ਅੱਜ ਦਾ ਜਿਹੜਾ ਸਾਧ ਸੰਗਤ ਦਿਹਾੜਾ ਹੈ 9 ਪੋਹ, ਇਹ 9 ਪੋਹ ਦਾ ਦਿਨ ਸਾਰਾ ਹੀ ਭਾਈ ਗੁਲਾਬੇ ਮਸੰਦ ਦੇ ਬਾਗ ਵਿੱਚ ਗੁਰੂ ਕਲਗੀਧਰ ਸਾਹਿਬ ਨੇ ਬਤੀਤ ਕੀਤਾ। ਸੰਧਿਆ ਸਮੈ ਬਿਲੋਕ ਕੈ ਜਦੋਂ ਸੰਧਿਆ ਹੋਈ, ਹਨੇਰਾ ਹੋਣ ਵਾਲਾ, ਇਹ ਹਨੇਰਾ ਜਿਹਾ ਹੁੰਦਾ ਵੇਖ ਕੇ ਜਬ ਰਾਵੇ ਅਸਤਾਇਓ ਅੱਜ ਇਸ ਵੇਲੇ ਕਹਿੰਦੇ ਸੂਰਜ ਛਿਪ ਗਿਆ, ਸੂਰਜ ਛਿਪਿਆ ਜਾਣ ਕੇ। ਆਏ ਗੁਲਾਬਾ ਸੰਗ ਲੈ ਆ ਜਿਹੜਾ ਗੁਲਾਬਾ ਸੀ ਉਹ ਆਪਣੇ ਘਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆਇਆ। ਗਮਨਿਓ ਕਰਮਾਹੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਾਲ ਲੈ ਕੇ ਆਪਣੇ ਘਰ ਦੇ ਵਿੱਚ ਚਲਾ ਗਿਆ। ਉਤੋਂ ਚਬਾਰਾ ਸਦਨ ਪਰ ਕਿਉਂਕਿ ਇਹਦੇ ਘਰ ਦੇ ਵਿੱਚ ਇੱਕ ਚੁਬਾਰਾ ਬਣਾਇਆ ਸੀ। ਨਾਉ ਚਿਨਿਓ ਤਦਾਹੀ ਕਹਿੰਦੇ ਜੇ ਕੁਝ ਸਮਾਂ ਹੀ ਹੋਇਆ ਸੀ ਵੀ ਜਿਹੜਾ ਗੁਲਾਬਾ ਮਸੰਦ ਹੈ ਇਹਨੇ ਆਪਣੇ ਘਰ ਦੇ ਆਪਣੇ ਕੋਠਿਆਂ ਦੇ ਇੱਕ ਨਵਾਂ ਚੁਬਾਰਾ ਤਿਆਰ ਕੀਤਾ। ਪ੍ਰਾਣ ਧਾਰਿਓ ਤੁਰ ਕੇ ਆ ਪ੍ਰਾਣ ਧਾਰਿਓ ਗੁਰ ਕੇ ਚਰਨ, ਕਿਉਂਕਿ ਹੈ ਤਾਂ ਗੁਰੂ ਕੇ ਸੇਖੀ ਸਨ, ਮਸੰਦ ਸਨ, ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰਨ ਵਾਲੇ। ਇਹਨਾਂ ਦਾ ਪ੍ਰਣ ਸੀ ਵੀ ਇਹ ਚੁਬਾਰਾ ਜਿਹੜਾ ਬਣਿਆ ਇਹਦੇ ਵਿੱਚ ਪਹਿਲਾਂ ਗੁਰੂ ਸਾਹਿਬ ਦੇ ਅਸੀਂ ਚਰਨ ਪਾਉਣੇ ਹਨ। ਪੂਰਬ ਇਤ ਪਾਵੈ ਤੇ ਪਹਿਲਾਂ ਮਹਾਰਾਜ ਸਾਹਿਬ ਜੀ ਦੇ ਜਦੋਂ ਚਰਨ ਪੈ ਜਾਣਗੇ ਹਮ ਪੀਛੈ ਵਿੱਚ ਬਸ ਹੈ। ਤਾਂ ਉਸ ਤੋਂ ਬਾਅਦ ਅਸੀਂ ਇਸ ਚੁਬਾਰੇ ਦੇ ਵਿੱਚ ਫਿਰ ਵਸਾਂਗੇ। ਜਿੰਨਾ ਚਿਰ ਮਹਾਰਾਜ ਦੇ ਚਰਨ ਨਹੀਂ ਪੈਂਦੇ ਉਹਨਾਂ ਚਿਰ ਚੁਬਾਰੇ 'ਚ ਅਸੀਂ ਨਿਵਾਸ ਨਹੀਂ ਕਰਨਾ। ਇਹ ਭਾਈ ਗੁਲਾਬੇ ਮਸੰਦ ਨੇ ਪੰਜਾਬੇ ਨੇ ਪ੍ਰਣ ਕੀਤਾ ਸੀ। ਏਮ ਚਿਤ ਦ੍ਰਿੜਤਾ ਵੈ ਕਹਿੰਦੇ ਵੀ ਚਿੱਤ ਦੇ ਵਿੱਚ ਇਹ ਬੜੀ ਦ੍ਰਿੜਤਾ ਸੀ ਇਹਨਾਂ ਦੇ। ਹੈ ਤਾਂ ਡੋਲ ਤਾਂ ਗਏ ਸੀ, ਭਾਵੇਂ ਸਰਕਾਰ ਕੋਲੋਂ ਡਰ ਤਾਂ ਗਏ ਸੀ, ਪਰ ਪਹਿਲਾਂ ਇਹਨਾਂ ਦੇ ਮਨ ਦਾ ਇਦਾਂ ਦਾ ਨਿਸ਼ਚਾ ਸੀ ਵੀ ਗੁਰੂ ਸਾਹਿਬ ਦੇ ਚਰਨ ਪੈਣਗੇ ਜੇ ਚੁਬਾਰੇ ਦੇ ਵਿੱਚ ਨਵੇਂ ਬਣੇ ਦੇ ਤਾਂ ਅਸੀਂ ਆਪਣਾ ਨਿਵਾਸ ਰੱਖਾਂਗੇ ਇੱਥੇ। ਤਉ ਤੁਰਕ ਕੇ ਰਾਜ ਕਰ ਪਰ ਫੇਰ ਵੀ ਕਹਿੰਦੇ ਵੀ ਤੁਰਕਾਂ ਦਾ ਰਾਜ ਹੈ। ਔਰੰਗਜ਼ੇਬ ਬਾਦਸ਼ਾਹ ਜਾਂ ਹੋਰ ਜਿੰਨੀਆਂ ਵੀ ਸਰਕਾਰਾਂ ਨੇ, ਸਰਕਾਰੀ ਲੋਕ, ਉਹ ਗੁਰੂ ਘਰ ਦੇ ਵਿਰੋਧੀ ਜਾਣ ਕੇ ਦਰ ਪੰਥ ਕਨੇਰੇ ਕਹਿੰਦੇ ਹੁਣ ਡਰਦੇ ਵੀ ਬੜਾ ਹੈ। ਇੱਕ ਪਾਸੇ ਮਹਾਰਾਜ ਸਾਹਿਬ ਦੇ ਚਰਨ ਪਾਉਣ ਦਾ ਪ੍ਰਣ ਵੀ ਹੈ। ਵੇਖੋ ਕਿਹੋ ਜਿਹਾ ਸਮਾਂ ਵੀ ਇੱਕ ਗੁਰੂ ਸਾਹਿਬ ਨੂੰ ਘਰੇ ਵੀ ਖੜਨਾ ਚਾਹੁੰਦੇ ਆ, ਕਿਉਂਕਿ ਪ੍ਰਣ ਕੀਤਾ ਹੈ ਵੀ ਮਹਾਰਾਜ ਦੇ ਚਰਨ ਪੈਣ। ਫਿਰ ਨਾਲੇ ਡਰਦੇ ਵੀ ਆ ਵੀ ਸਰਕਾਰ ਜੇ ਸਰਕਾਰ ਤੁਰਕਾਂ ਦੀ ਹੈ, ਰਾਜ ਤੁਰਕਾਂ ਦਾ, ਦੁਸ਼ਟਾਂ ਦਾ, ਤੇ ਜੇ ਮਲੇਸ਼ੀਆ ਨੂੰ ਪਤਾ ਲੱਗ ਗਿਆ ਤੇ ਕਿਤੇ ਸਾਨੂੰ ਸਜ਼ਾ ਹੀ ਨਾ ਦੇਣ। ਦੁਤੀਏ ਪੰਜਾਬਾ ਭਰਾਤ ਤੇ ਇਹ ਗੁਲਾਬਾ ਮਸੰਦ ਤੇ ਇਹਦਾ ਦੂਸਰਾ ਭਰਾ ਉਹਦਾ ਨਾਮ ਸੀ ਪੰਜਾਬਾ। ਲਾਚਾਰ ਬਡੇਰੇ ਇਹਦੇ ਬੜੇ ਲਾਚਾਰ ਜੇ ਹੋਏ ਵੀ ਸਰਕਾਰ ਤੋਂ ਡਰਦੇ ਮਹਾਰਾਜ ਸਾਹਿਬ ਜੀ ਨੂੰ ਘਰੇ ਵੀ ਨਹੀਂ ਸੀ ਲਿਆਉਂਦੇ। ਸੁੰਦਰ ਏਕ ਪਰੇ ਅੰਕ ਤਬ ਪਰ ਫੇਰ ਵੀ ਹੁਣ ਕੀ ਕਹਿਣ ਵੀ ਕੀ ਮਹਾਰਾਜ ਅਸੀਂ ਘਰੇ ਨਹੀਂ ਖੜਨਾ। ਬੇਨਤੀ ਕੀਤੀ ਤੇ ਸਤਿਗੁਰੂ ਸਾਹਿਬ ਜੀ ਨੂੰ ਆਪਣੇ ਘਰੇ ਲੈ ਆਂਦਾ। ਚੁਬਾਰੇ ਦੇ ਵਿੱਚ ਇੱਕ ਬੜਾ ਸੋਹਣਾ ਪਲੰਘਾ ਮਹਾਰਾਜ ਸਾਹਿਬ ਜੀ ਦੇ ਵਾਸਤੇ ਵਿਛਾਈਆਂ ਦੇ ਸਿਰ ਢਾ ਦਿੱਤਾ। ਮੰਦਰ ਮੈਂ ਡਾਸਾ ਮਹਾਰਾਜ ਸਾਹਿਬ ਦਾ ਆਸਣ ਲਾ ਦਿੱਤਾ ਚੁਬਾਰੇ ਵਿੱਚ। ਕਰਿਓ ਬਿਠਾਵਨ ਸਤਿਗੁਰੂ ਆ ਬੇਨਤੀ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਦੋਵਾਂ ਮਸੰਦ ਭਰਾਵਾਂ ਨੇ ਬਿਠਾਇਆ। ਆਚਰਜ ਬਿਲਾਸਾ ਅਚਰਜੀ ਬਿਲਾਸ ਨੇ, ਵੇਖੋ ਅਚਰਜੀ ਕੌਤਕ ਨੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ। ਖਾਨ ਪਾਨ ਸਭ ਵਿਦ ਕਰੇ ਰਾਤਰੀ ਦਾ ਸਮਾਂ ਹੋਇਆ, ਭੋਜਨ ਪ੍ਰਸ਼ਾਦਾ ਤਿਆਰ ਹੋਇਆ, ਸਾਹਿਬਾਂ ਦੇ ਸਮੇਤ ਸਿੰਘਾਂ ਨੇ ਲੰਗਰ ਛਕਿਆ। ਨਿਸ ਮਹਿ ਸਪਤਾਏ ਰਾਤ ਦੇ ਸਮੇਂ ਸੁਖ ਕੀਤਾ ਹੈ, ਵਿਸ਼ਰਾਮ ਕੀਤਾ। ਰਾਤ ਉੱਠੇ ਕਰ ਸੋ ਚੁਕੋ ਆ ਵੱਡੇ ਤੜਕੇ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਉੱਠੇ ਨੇ, ਸਰੀਰ ਦੀ ਕਿਰਿਆ ਸੋਧੀ ਆ। ਜਲ ਘਨੋ ਅਨਾਏ ਇਸ਼ਨਾਨ ਕਰਨ ਦੇ ਵਾਸਤੇ ਜਲ ਮੰਗਾਇਆ ਸਿੱਖਾਂ ਦੇ ਪਾਸੋਂ ਵੀ ਲਿਆਓ ਜਲ ਇਸ਼ਨਾਨ ਕਰੀਏ। ਕਰੀ ਰਦਨ ਧਾਵਨ ਗੁਰੂ ਮੁਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਖ ਮਾਂਜਣਾ ਕੀਤਾ। ਭਾਵ ਕੇ ਦਾਤਣ ਦੇ ਨਾਲ ਇਹ ਖਾਲਸੇ ਦੀ ਬੋਲੀ ਹੈ ਵੀ ਮੁਖ ਮਾਂਜਿਆ। ਜਿਵੇਂ ਅੱਜ ਕੱਲ ਕਈ ਸਾਧਨ ਆ ਗਏ ਨੇ ਹੋਰ ਹੀ ਤਰ੍ਹਾਂ, ਪਹਿਲਾਂ ਦਾਤਣ ਕਰਕੇ ਤੇ ਫਿਰ ਦੰਦ ਸਾਫ਼ ਕਰਦੇ ਸਨ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਖ ਮਾਂਜਣਾ ਕੀਤਾ ਮੋਹ ਏ ਕਮਲ ਪਖਾਰਾ ਤੇ ਕਮਲ ਵਰਗਾ ਮਹਾਰਾਜ ਸਾਹਿਬ ਜੀ ਦਾ ਮੁਖਾਰ ਬਿੰਦ ਹੈ। ਜਲ ਦੇ ਨਾਲ ਸਾਹਿਬਾਂ ਨੇ ਆਪਣੇ ਚਿਹਰੇ ਦਾ ਇਸ਼ਨਾਨ ਕਰਾਇਆ ਪਹਿਲਾਂ। ਪੁਨ ਚੌਂਕੀ ਪਰ ਖੜੇ ਹੋਏ ਇੱਕ ਲੱਕੜ ਦੀ ਬੜੀ ਸੋਹਣੀ ਚੌਂਕੀ ਬਣੀ ਸੀ, ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੜੋ ਗਏ। ਮੰਜਨ ਤਨ ਧਾਰਾ ਉਸ ਚੌਂਕੀ ਦੇ ਖੜੋ ਕੇ ਸਾਹਿਬਾਂ ਨੇ ਆਪਣੇ ਸਰੀਰ ਦਾ ਇਸ਼ਨਾਨ ਕਰਾਇਆ। ਕਟਕੀ ਕਾਸ਼ ਨਿਕਾਰ ਕਰ ਜਦੋਂ ਇਸ਼ਨਾਨ ਕੀਤਾ ਸਾਹਿਬਾਂ ਨੇ ਤੇ ਲੱਕ ਦੇ ਨਾਲ ਜੋ ਕਮਰ ਕੱਸਾ ਕਰਕੇ ਕਸ਼ਹਿਰਾ ਬੰਨਿਆ ਸੀ ਤੇ ਕਸ਼ਹਿਰਾ ਬਦਲਣ ਲੱਗੇ ਜਦ ਦਸਮ ਪਾਤਸ਼ਾਹ ਤਹ ਨੀਚੇ ਡਾਰੀ ਤੇ ਕਸ਼ਹਿਰੇ ਤੋਂ ਹੇਠਾਂ ਮਹਾਰਾਜ ਸਾਹਿਬ ਜੀ ਨੇ ਇੱਕ ਸਾਧ ਸੰਗਤ ਜਾਂਗੀਆ ਜੰਗ ਯੁੱਧ ਦੇ ਸਮੇਂ ਕੱਪੜਾ ਜਿਹਾ ਇੱਕ ਬੰਨਿਆ ਜਾਂਦਾ ਸੀ, ਇਹ ਮਹਾਰਾਜ ਸਾਹਿਬ ਜੀ ਨੇ ਘੁੱਟ ਕੇ ਕਮਰ ਕੱਸਾ ਜਿਹੜਾ ਇਹ ਕਸ਼ਹਿਰੇ ਦੇ ਹੇਠਾਂ ਦੀ ਜਾਂਗੀਆ ਬੰਨਣਾ ਕੀਤਾ। ਆੜ ਬੰਦੇ ਅੰਤਰ ਹੋਤੋ ਉਹਨੂੰ ਆੜ ਬੰਦ ਕਹਿ ਦਿੰਦੇ ਸਨ। ਜੇ ਲੰਮੇ ਪੈਂਡਾ ਚੱਲਣਾ ਹੁੰਦਾ ਜਾਂ ਜੰਗ ਯੁੱਧ ਕਰਨਾ ਹੁੰਦਾ ਤਾਂ ਸੂਰਮੇ ਜਿਹੜੇ ਨੇ ਇੱਕ ਤਾਂ ਜਿਵੇਂ ਪਹਿਲਵਾਨ ਬੰਨਦੇ ਨੇ ਉਹ ਹੋਰ ਢੰਗ ਹੈ, ਇੱਕ ਸੂਰਮੇ ਬੰਨਦੇ ਆ ਇਹ ਬੜਾ ਘੁੱਟ ਕੇ ਕਮਰ ਕੱਸਾ ਕਰ ਲੈਂਦੇ, ਆੜ ਬੰਦ ਕਰ ਲੈਂਦੇ ਨੇ ਵੀ ਤੁਰਦੇ ਸਮੇਂ ਜਾਂ ਜੰਗ ਕਰਦੇ ਸਮੇਂ ਘੋੜੇ ਤੇ ਚੜ੍ਹਨ ਸਮੇਂ ਕੋਈ ਮੁਸ਼ਕਲ ਨਾ ਆਵੇ। ਬਿਨ ਕਸਿਓ ਸਦਾਰੀ ਆਓ ਮਹਾਰਾਜ ਸਾਹਿਬ ਜੀ ਨੇ ਬਹੁਤਾ ਹੀ ਕਸ਼ਹਿਰੇ ਦੇ ਹੇਠਾਂ ਲੱਕ ਦੇ ਦੁਆਲੇ ਘੁੱਟ ਕੇ ਬੰਨਿਆ ਹੋਇਆ ਸੀ। ਸੋ ਆਪਿਖ ਮੈਂ ਖੁਬ ਰਹਿਓ ਤੇ ਇੰਨਾ ਕੁ ਮਹਾਰਾਜ ਨੇ ਘੁੱਟ ਕੇ ਬੰਨਿਆ ਵੀ ਸਾਹਿਬਾਂ ਦੇ ਸਰੀਰ ਦੇ ਮਾਸ ਦੇ ਵਿੱਚ ਉਹ ਖੁੱਭ ਗਿਆ। ਜਮ ਸ਼ਰੋਣਤ ਸਾਥ ਜਿਹੜਾ ਮਹਾਰਾਜ ਸਾਹਿਬ ਜੀ ਨੇ ਜੋ ਆੜਬੰਦ ਬੰਨਿਆ ਹੈ, ਇੱਕ ਤਾਂ ਮਾਸ ਦੇ ਵਿੱਚ ਖੁੱਭੇ ਆਏ, ਦੂਸਰਾ ਰਾਹ ਦੇ ਵਿੱਚ ਝਾੜਾਂ ਦੇ ਵਿੱਚੋਂ ਦੀ ਆਉਂਦੇ ਆ ਕਈ ਮਲਿਆਂ ਦੇ ਕੰਡੇ ਵੱਜੇ ਨੇ, ਕੋਈ ਫੱਟ ਵੀ ਮਹਾਰਾਜ ਦੇ ਲੱਗੇ ਹਨ ਤੇ ਖੂਨ ਲਹੂ ਮਹਾਰਾਜ ਦੇ ਸਰੀਰ ਦੇ ਵਿੱਚੋਂ ਸਿਮਿਆ ਤੇ ਜਿਹੜਾ ਲਹੂ ਹੈ ਉਹਦੇ ਨਾਲ ਵੀ ਉਹ ਆੜਬੰਦ ਜਿਹੜਾ ਸੀ ਭਿੱਜਿਆ ਏ ਤੇ ਲਹੂ ਹਮੇਸ਼ਾ ਜਿਹੜਾ ਹੈ ਉਹ ਕੱਪੜੇ ਨੂੰ ਆਪਣੇ ਨਾਲ ਹੀ ਜੋੜ ਲੈਂਦਾ ਸਰੀਰ ਦੇ ਨਾਲ। ਇੱਕ ਮਾਸ ਚ ਖੁੱਭਿਆ ਏ ਤੇ ਇੱਕ ਕਮਰ ਕੱਸਾ ਜਿਹੜਾ ਸੀ ਮਹਾਰਾਜ ਸਾਹਿਬ ਦਾ ਲਹੂ ਦੇ ਨਾਲ ਉਹ ਨਾਲ ਹੀ ਜੁੜ ਗਿਆ ਸਰੀਰ ਦੇ। ਰਹੇ ਨਿਕਾਸ ਨਾ ਨਿਕਸਤਿਓ ਮਹਾਰਾਜ ਸਾਹਿਬ ਜੀ ਉਹਨੂੰ ਕੱਢਣ ਦਾ ਯਤਨ ਕਰ ਰਹੇ ਹਨ ਪਰ ਸਾਹਿਬਾਂ ਦੇ ਕੋਲ ਨਿਕਲਿਆ ਨਾ। ਜੋ ਗਹਿ ਹੱਥ ਆਪਣੇ ਹੱਥ ਦੇ ਨਾਲ ਮਹਾਰਾਜ ਸਾਹਿਬ ਨੇ ਕਿਉਂਕਿ ਇੱਕ ਪਾਸੇ ਕਸ਼ਹਿਰਾ ਪਕੜਿਆ ਵੀ ਪਹੁੰਚੇ ਨਾ ਦੋਵੇਂ ਉਤਰ ਜਾਣ, ਦੂਜੇ ਪਾਸੇ ਇੱਕ ਹੱਥ ਨਾਲ ਉਤਾਰਨ ਦਾ ਯਤਨ ਕਰ ਰਹੇ ਨੇ ਆੜਬੰਦ। ਤਵੇ ਗੁਲਾਬੇ ਕੋ ਕਹਿਓ ਫਿਰ ਗੁਲਾਬਾ ਮਸੰਦ ਜਿਹੜਾ ਸੇਵਾ ਕਰ ਰਿਹਾ ਸੀ ਉਹਨੂੰ ਮਹਾਰਾਜ ਨੇ ਆਵਾਜ਼ ਮਾਰੀ ਵੀ ਭਾਈ ਗੁਲਾਬੇ ਤੂੰ ਸਾਡੇ ਨੇੜੇ ਹੋ, ਕਰ ਯਤਨ ਨਿਕਾਸੋ ਆ ਯਤਨ ਕਰਕੇ ਤੇ ਆ ਜਿਹੜਾ ਮਾਸ ਦੇ ਵਿੱਚ ਖੁੱਭ ਗਿਆ ਕੁਝ ਲਹੂ ਦੇ ਨਾਲ ਇਹ ਕਮਰ ਕੱਸਾ ਜਿਹਾ ਜਿਹੜਾ ਆੜਬੰਦ ਜਾਂਗੀਆ ਜਿਹਾ ਜੁੜ ਗਿਆ, ਇਹ ਤੂੰ ਯਤਨ ਕਰਕੇ ਇਹਨੂੰ ਖੋਲ ਦੇ ਸਾਡੇ ਲੱਕ ਦੁਆਲਿਓ। ਸਨੇ ਸਨੇ ਕਾਢਨ ਲਗਿਓ ਮਹਾਰਾਜ ਦਾ ਬਚਨ ਮੰਨ ਕੇ ਸਹਿਜੇ ਸਹਿਜੇ ਉਹ ਭਾਈ ਗੁਲਾਬਾ ਜਿਹੜਾ ਸੀ ਉਹ ਆੜਬੰਦ ਨੂੰ ਕੱਢਣ ਲੱਗਾ, ਕਮਰ ਕੱਸਾ ਖੋਲਣ ਲੱਗਾ। ਵੈ ਕਹਿ ਬਹੁ ਪਾਸੋ ਤਾਂ ਬਿਲਕੁਲ ਮਹਾਰਾਜ ਦੇ ਪਾਸ ਹੋ ਗਿਆ, ਲਹੂ ਦੇ ਨਾਲ ਹੀ ਜੁੜਿਆ ਹੋਇਆ ਸੀ ਮਾਸ ਦੇ ਵਿੱਚ, ਮਾਨੋ ਵੀ ਖੁੱਭ ਹੀ ਗਿਆ ਸੀ ਕੱਪੜਾ। ਸੰਕਟ ਚਿਤ ਗੁਰ ਨਗਣ ਤੇ ਮਹਾਰਾਜ ਸਾਹਿਬ ਜੀ ਕਿਉਂ ਕਸ਼ਹਿਰਾ ਬਦਲ ਰਹੇ ਸਨ ਤੇ ਸਤਿਗੁਰੂ ਸਾਹਿਬ ਤੋਂ ਸੰਕੋਚ ਵੀ ਕਰਦਾ ਏ, ਸਿੱਖ ਹੈ ਗੁਰੂ ਦਾ ਭੈ ਵੀ ਰੱਖਦਾ, ਅਦਬ ਵੀ ਰੱਖਦਾ ਤੇ ਡਰਦਾ ਹੋਇਆ ਨਾ ਦ੍ਰਿਗ ਕਰ ਹੇਰੇ ਨੀਵੀਂ ਜੀ ਪਾ ਕੇ ਤੇ ਉਹ ਕਮਰ ਕੱਸੇ ਨੂੰ ਆੜਬੰਦ ਨੂੰ ਜਾਂਗੀਏ ਨੂੰ ਖੋਲਣ ਦਾ ਭਾਈ ਗੁਲਾਬਾ ਯਤਨ ਕਰਦਾ, ਗੁਰੂ ਸਾਹਿਬ ਤੋਂ ਸੰਕੋਚ ਕਰਦਾ। ਬਸਤਰ ਗਇਓ ਜਮ ਅਧਿਕ ਹੀ ਪਰ ਕਹਿੰਦੇ ਵੀ ਜਿਹੜਾ ਬਸਤਰ ਸੀ ਉਹਦੇ ਬਹੁਤਾ ਹੀ ਜੰਮ ਗਿਆ, ਲਹੂ ਦੇ ਨਾਲ ਬਿਲਕੁਲ ਐਨ ਜਿਵੇਂ ਜੋੜੀ ਗਿਆ, ਮਾਸ ਚਾਹੀਦਾ ਖੁੱਬਿਆ ਵੀ ਜਿਵੇਂ ਸਰੀਰ ਦੇ ਵਿੱਚ ਹੀ ਪਰੋ ਦਿੱਤਾ ਹੋਵੇ। ਨਿਕਸਨਾ ਜਿਸ ਬੇਰੇ ਅੱਜ ਇਸ ਵੇਲੇ ਕਹਿੰਦੇ ਵੀ ਨਿਕਲਿਆ ਨਾ ਗੁਲਾਬਾ ਨੀਵੀਂ ਜੀ ਪਾ ਕੇ ਥੋੜਾ ਸੰਕੋਚ ਕੇ ਮਹਾਰਾਜ ਸਾਹਿਬ ਦਾ ਭੈ ਕਰਕੇ ਤੇ ਉਹ ਕੱਢਣ ਦਾ ਖੋਲਣ ਦਾ ਯਤਨ ਕਰਦਾ ਏ ਪਰ ਇਹਦੇ ਕੋਲੋਂ ਨਿਕਲਿਆ ਨਾ ਬਸਤਰ। ਕਹਿਓ ਗੁਰੂ ਨੇ ਸ਼ੰਕ ਕਰ ਧੰਨ ਗੁਰੂ ਕਲਗੀਧਰ ਸਾਹਿਬ ਨੇ ਵੇਖਿਆ ਵੀ ਇਹ ਸਾਡਾ ਸਿੱਖ ਸੰਕੋਚ ਕਰ ਰਿਹਾ ਹੈ। ਮਹਾਰਾਜ ਸਾਹਿਬ ਕਹਿੰਦੇ ਭਾਈ ਗੁਲਾਬੇ ਕੋਈ ਸ਼ੰਕਾ ਨਾ ਕਰ, ਕੋਈ ਸੰਕੋਚ ਨਾ ਕਰ। ਲੋਕ ਨਿਕਾਸੋ ਆ ਚੰਗੀ ਤਰ੍ਹਾਂ ਕਹਿੰਦੇ ਵੀ ਨਿਗਾਹ ਤਾਂ ਚੱਕ ਕੇ ਵੇਖ ਕੇ ਫੇਰ ਹੀ ਇਹ ਕੱਢਿਆ ਜਾਣਾ ਹੈ ਬਸਤਰ। ਪਿਤ ਸੁਤ ਦੋਸ਼ ਨ ਨਗਣ ਕੋ ਉਹ ਨਾਲੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਪਿਤਾ ਦੇ ਪੁੱਤਰ ਹੁੰਦਾ ਏ ਇਹਨਾਂ ਦਾ ਕੋਈ ਪੜਦੇ ਬੇਪੜਦੇ ਦਾ ਦੋਸ਼ ਨਹੀਂ ਹੁੰਦਾ। ਅਸੀਂ ਤੇਰੇ ਕਹਿੰਦੇ ਧਰਮ ਦੇ ਪਿਤਾ ਹੈ, ਤੂੰ ਸਾਡਾ ਪੁੱਤਰ ਹੈ, ਸਿੱਖ ਹੈ ਸਾਡਾ। ਮੈਂ ਕੀਜੈ ਸਾਸੋ ਇਸ ਕਰਕੇ ਸੰਸਾ ਨਾ ਕਰ, ਕਿਸੇ ਤਰ੍ਹਾਂ ਦਾ ਸੰਕੋਚ ਨਾ ਕਰ, ਹੁਣ ਯਤਨ ਕਰਕੇ ਹੀ ਇਹ ਬਸਤਰ ਜਿਹੜਾ ਇਹ ਨਿਕਲੇਗਾ। ਤਉ ਗੁਲਾਬਾ ਸ਼ੰਕਤ ਭਾਵੇਂ ਮਹਾਰਾਜ ਸਾਹਿਬ ਨੇ ਕਿਹਾ ਗੁਲਾਬੇ ਤੂੰ ਸਾਡਾ ਪੁੱਤਰ ਹੈ, ਅਸੀਂ ਤੇਰੇ ਪਿਤਾ ਸਮਾਨ ਹੈ,
ਅਸੀਂ ਧਰਮ ਦੇ ਪਿਤਾ ਏ ਤੇ ਪਿਤਾ ਪੁੱਤਰ ਜਿਹੜਾ ਹੁੰਦਾ ਏ ਇਹਨਾਂ ਦਾ ਕੋਈ ਸ਼ੰਕਾ ਸੰਕੋਚ ਨਹੀਂ ਹੁੰਦਾ। ਮਹਾਰਾਜ ਸਾਹਿਬ ਦੇ ਪਿਆਰ ਦੇ ਬਚਨ ਸੁਣੇ, ਪਰ ਫਿਰ ਵੀ ਭਾਈ ਗੁਲਾਬਾ ਗੁਰੂ ਸਾਹਿਬ ਦਾ ਭੈ ਕਰਦਾ, ਸੰਕੋਚ ਕਰਦਾ ਏ। ਜਲ ਡਾਰ ਭਿਗੋਵੇ ਜਿੱਥੇ ਇੱਕ ਬਸਤਰ ਲਹੂ ਦੇ ਨਾਲ ਜੰਮੇ ਹੋਏ ਸਨ, ਉਹ ਪਾਣੀ ਪਾਉਂਦਾ ਹੈ ਸਹਿਜੇ ਸਹਿਜੇ ਗਿੱਲਾ ਜਾ ਕਰਕੇ, ਤੇ ਸਹਿਜੇ ਸਹਿਜੇ ਜਿਹੜੀਆਂ ਤਹਿਾਂ ਬੰਨੀਆਂ ਨੇ ਉਹਨਾਂ ਨੂੰ ਖੋਲਦਾ ਹੈ। ਸਨੇ ਸਨੇ ਖਿਸਕਾਏ ਪਟ ਇਹਦਾ ਕਹਿੰਦੇ ਸਹਿਜੇ ਸਹਿਜੇ ਕੱਪੜੇ ਨੂੰ ਖਸਕਾ ਕਰਕੇ। ਸਾਈ ਸੋ ਜੋਵੇ ਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਹਜ਼ੂਰ ਸੇਵਾ ਕਰਕੇ ਤੇ ਉਹ ਬਸਤਰ ਨੂੰ ਕੱਢ ਰਿਹਾ ਏ। ਜੁਗਲ ਉਰੂ ਤੇ ਐਚ ਕਰ ਮਹਾਰਾਜ ਸਾਹਿਬ ਜੀ ਦੇ ਦੋਵੇਂ ਜਾਂਘਾਂ ਦੇ ਵਿੱਚੋਂ ਬਸਤਰ ਨੂੰ ਕੱਢ ਕੇ ਕਰ ਕਰ ਪਟਗੀਲਾ ਕੱਪੜਾ ਗਿੱਲਾ ਕਰ ਕਰਕੇ ਭਾਈ ਗੁਲਾਬੇ ਨੇ ਅਖੀਰ ਕੱਢ ਦਿੱਤਾ। ਨੀਠ ਨੀਠ ਕਾਢਨ ਕਰਿਓ ਸਹਿਜੇ ਸਹਿਜੇ ਫਿਰ ਡਰਦਾ ਹੋਇਆ ਬੜੇ ਅਦਬ ਦੇ ਨਾਲ ਬਸਤਰ ਕੱਢਿਆ। ਪੁੰਨ ਪੁੰਨ ਕਰ ਢੀਲਾ ਆਪ ਕਹਿੰਦੇ ਵੀ ਪੁਨः ਢਿੱਲਾ ਕਰਕੇ ਖਿੱਚ ਵੀ ਨਹੀਂ ਪਾਉਂਦਾ, ਵੀ ਇਹ ਨਾ ਹੋਵੇ ਵੀ ਪਾਤਸ਼ਾਹ ਦੇ ਜੋ ਕੋਈ ਜ਼ਖਮ ਹੋਇਆ ਵੀ ਉਹ ਮੈਂ ਇੱਕਦਮ ਖਿੱਚਾਂ ਤੇ ਸਾਹਿਬਾਂ ਦੇ ਸਰੀਰ ਤੇ ਕੋਈ ਖੇਚਲ ਨਾ ਆਵੇ। ਬਾ ਕਹਿੰਦੇ ਢਿੱਲਾ ਕਰ ਕਰਕੇ ਜਲ ਪਾ ਕੇ ਜਿਹੜਾ ਨਾਲ ਜੁੜਿਆ ਕਮਰ ਕੱਸਾ ਬਸਤਰ ਸੀ ਇਹਨੇ ਲਾਇਆ। ਅਪਰ ਕਾਚ ਪਹਿਰੀ ਬਹੁਰ ਜਦੋਂ ਸਾਰਾ ਬਸਤਰ ਉਤਾਰ ਦਿੱਤਾ ਮਹਾਰਾਜ ਸਾਹਿਬ ਜੀ ਨੇ ਫਿਰ ਕਸ਼ਹਿਰਾ ਬਦਲ ਕੇ ਦੂਸਰਾ ਕਸ਼ਹਿਰਾ ਪਾ ਲਿਆ। ਸਭ ਬਸਤਰ ਸਜਾਏ ਸਾਰੇ ਬਸਤਰ ਸਜਾਏ, ਉਤੋਂ ਦੀ ਚੋਲਾ ਪਾ ਕੇ ਕਮਰ ਕੱਸਾ ਕਰਤਾ। ਤਥਾ ਸ਼ਸਤਰ ਧਾਰਨ ਕਰੇ ਜਿਵੇਂ ਮਹਾਰਾਜ ਸਾਹਿਬ ਨੇ ਪਹਿਲਾਂ ਸ਼ਸਤਰ ਸਜਾਏ ਸਨ, ਸਤਿਗੁਰੂ ਸਾਹਿਬ ਜੀ ਨੇ ਉਸੇ ਤਰ੍ਹਾਂ ਕਮਰ ਕੱਸੇ ਦੇ ਵਿੱਚ ਦੋ ਕਹਿੰਦੇ ਵੀ ਪਿਸਤੌਲ ਇਹ ਗੋਲੀਆਂ ਭਰ ਕੇ ਮਹਾਰਾਜ ਸਾਹਿਬ ਨੇ ਰੱਖੇ ਸੀ। ਫਿਰ ਜਮਧਾੜ ਖੰਜਰ ਆਦਿਕ ਹੋਰ ਸ੍ਰੀ ਸਾਹਿਬ ਦੇ ਜਿਵੇਂ ਭੱਥਾ ਤੀਰਾਂ ਦਾ ਭਰਿਆ ਤੀਰ ਕਮਾਨ, ਇਹ ਸਾਰੇ ਸ਼ਸਤਰ ਪਹਿਲਾਂ ਦੀ ਤਰ੍ਹਾਂ ਮਹਾਰਾਜ ਨੇ ਸਜਾ ਲਏ। ਬੈਠੇ ਤਿਸ ਥਾਏ ਤੇ ਪਾਤਸ਼ਾਹ ਜੀ ਜਾ ਕੇ ਪਲੰਘੇ ਤੇ ਬਿਰਾਜਮਾਨ ਹੋ ਗਏ। ਖਾਨ ਪਾਨ ਤੈਸੇ ਕਰਿਓ ਜਿਵੇਂ ਰਾਤ ਲੰਗਰ ਛਕਿਆ ਸੀ ਉਵੇਂ ਮਹਾਰਾਜ ਨੇ ਫਿਰ ਜਦੋਂ ਭੋਜਨ ਪ੍ਰਸ਼ਾਦੇ ਦਾ ਸਮਾਂ ਹੋਇਆ ਤੇ ਲੰਗਰ ਛਕ ਲਿਆ। ਸੋ ਦਿਵਸ ਬਿਤਾਇਓ ਉਹ ਦੂਸਰਾ ਦਿਨ ਵੀ ਸਾਰਾ ਹੀ ਬਤੀਤ ਕੀਤਾ ਭਾਈ ਗੁਲਾਬੇ ਦੇ ਘਰ ਵਿੱਚ। ਆਏ ਗੁਲਾਬੇ ਨਿਕਟ ਤਬ ਜਦੋਂ ਕੋਈ ਦੁਪਹਿਰਾਂ ਦੀਆਂ ਦਾ ਸਮਾਂ ਹੋਇਆ ਤਾਂ ਗੁਲਾਬੇ ਮਸੰਦ ਨੇ ਫਿਰ ਗੁਰੂ ਸਾਹਿਬ ਦੇ ਕੋਲ ਆ ਕੇ ਕਰ ਜੋਰ ਲਾਇਓ ਦੋਵੇਂ ਹੱਥ ਜੋੜੇ ਤੇ ਦੋਵੇਂ ਹੱਥ ਜੋੜ ਕੇ ਭਾਈ ਗੁਲਾਬਾ ਕਹਿਣ ਲੱਗਾ, ਮਹਾਰਾਜ ਕਿਆ ਅਸਨ ਅਬ ਕਿਉਂਕਿ ਸਿੱਖ ਸੀ ਭਾਵਨਾ ਸੀ, ਕੋਈ ਆਮ ਹੀ ਬੰਦਾ ਆਇਆ ਹੋਵੇ ਉਪਰਾ ਉਹਨੂੰ ਹੀ ਪੁੱਛਦੇ ਆ ਵੀ ਤੁਸੀਂ ਕੀ ਹੁਣ ਛਕੋਗੇ, ਕੀ ਬਣਾਈਏ, ਵੀ ਤੁਸੀਂ ਕਿਹੋ ਜੀ ਰੁਚੀ ਰੱਖਦੇ। ਇਹਦਾ ਹੁਣ ਗੁਰੂ ਪਾਤਸ਼ਾਹ ਇਹ ਕਹਿਣ ਲੱਗਾ ਵੀ ਹੇ ਗਰੀਬ ਨਵਾਜ਼ ਸਤਿਗੁਰੂ ਤੁਹਾਡੇ ਛਕਣ ਵਾਸਤੇ ਦੱਸੋ ਵੀ ਕੀ ਲੈ ਕੇ ਆਈਏ। ਕਰਵਾਵਾਂ ਤਿਆਰ ਜੋ ਤੁਹਾਡੀ ਇੱਛਾ ਹੋਵੇ, ਜੋ ਭੋਜਨ ਤੁਸੀਂ ਮਹਾਰਾਜ ਛਕਣਾ ਚਾਹੋ ਉਹੀ ਅਸੀਂ ਤਿਆਰ ਕਰਾਉਨੇ ਆ। ਜਿਸ ਪਰ ਰੁਚ ਹੋਏ ਆਪ ਕੀ ਜਿਹੜੇ ਭੋਜਨ ਛਕਣ ਤੇ ਆਪ ਦੀ ਰੁਚੀ ਹੋਵੇ ਮਹਾਰਾਜ, ਕੋਈ ਮਿੱਠਾ ਕੋਈ ਲੂਣ ਵਾਲਾ ਕੋਈ ਹੋਰ ਰਸ ਵਾਲਾ, ਜੋ ਤੁਸੀਂ ਕਹੋ ਉਹੀ ਭੋਜਨ ਤਿਆਰ ਕਰਦੇ ਆ। ਸੋ ਬਨੇ ਆਰਾ ਤੁਹਾਡੀ ਆਗਿਆ ਦੇ ਅਨੁਸਾਰ ਉਹੀ ਮਹਾਰਾਜ ਲੰਗਰ ਦੇ ਵਿੱਚ ਭੋਜਨ ਬਣੇਗਾ, ਸਬਜੀ ਭਾਜੀ ਤਿਆਰ ਹੋਵੇਗੀ। ਕਰਨ ਪਾਰਖਾ ਤਿਨੋਂ ਕੀ ਜਦੋਂ ਇਹਨੇ ਪ੍ਰਸ਼ਾਦੇ ਦਾ ਕੋਈ ਭੋਜਨ ਦਾ ਕੋਈ ਸਬਜੀ ਭਾਜੀ ਦਾ ਪੁੱਛਿਆ ਵੀ ਕਿਹੜਾ ਭਾਜਾ ਤਿਆਰ ਕਰੀਏ, ਤਾਂ ਗੁਰੂ ਕਲਗੀਧਰ ਸਾਹਿਬ ਜੀ ਜੋ ਚੋਜੀ ਪ੍ਰੀਤਮ ਨੇ ਸਾਹਿਬ ਪਰਖ ਕਰਨਾ ਚਾਹੁੰਦੇ ਨੇ ਵੀ ਇਹ ਗੁਲਾਬੇ ਪੰਜਾਬੇ ਦੀ ਪਰਖ ਕਰੀਏ, ਵੀ ਜੇ ਅਸੀਂ 2 ਮਹੀਨੇ ਇੱਥੇ ਰੁਕਣਾ, ਕਿਉਂਕਿ 2 ਮਹੀਨੇ ਦਾ ਸਮਾਂ ਸਾਹਿਬ ਰੁਕਣਾ ਚਾਹੁੰਦੇ ਸਨ, ਵੀ 2 ਮਹੀਨੇ ਜੇ ਰੁਕੀਏ ਵੀ ਭਲਾਏ ਸਿੱਖ ਕੱਚੇ ਆ ਜਾਂ ਪੱਕੇ ਆ, ਤੇ ਫਿਰ ਇਹਨਾਂ ਦਾ ਜਿਹੜਾ ਆਂਢ ਗਵਾਂਢ ਹੈ ਉਹ ਵੀ ਪਰਖੀਏ, ਵੀ ਜੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਇੱਥੇ ਆ ਵੀ ਉਹ ਰੌਲਾ ਪਾਉਂਦੇ ਜਾਂ ਚੁੱਪ ਰਹਿੰਦੇ ਆ। ਤੇ ਪਰਖ ਕਰਨ ਵਾਸਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਇੱਕ ਕੌਤਕ ਕਰਨਾ ਚਾਹਿਆ। ਗੁਰ ਹੁਕਮ ਬਖਾਨਾ ਮਹਾਰਾਜ ਸਾਹਿਬ ਕਹਿੰਦੇ ਗੁਲਾਬਿਆ ਜੇ ਤੂੰ ਕੁਝ ਲਿਆਉਣਾ ਹੀ ਚਾਹੁੰਦਾ ਹੈ ਤਾਂ ਏਦਾਂ ਕਰ, ਆਮ ਖਿਆਨੋ ਸ਼ਾਂਗ ਇੱਕ ਮਹਾਰਾਜ ਸਾਹਿਬ ਕਹਿੰਦੇ ਵੀ ਸ਼ਿਕਾਰ ਖੇਡੇ ਨੂੰ ਬੜਾ ਲੰਮਾ ਸਮਾਂ ਹੋ ਗਿਆ, ਇੱਕ ਚਟੰਗਾ ਲੈ ਕੇ ਆ। ਭਾਵੇਂ ਕਿ ਗੁਰੂ ਗਰੀਬ ਨਵਾਜ਼ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਆਪ ਨਹੀਂ ਐਸਾ ਭੋਜਨ ਛਕਦੇ ਰਹੇ, ਇਹ ਖਾਲਸੇ ਦਾ ਵੀ ਨਿਸ਼ਚਾ ਹੈ,
ਪਰ ਫੇਰ ਵੀ ਮਹਾਰਾਜ ਜੀ ਪਰਖ ਕਰਨ ਲਈ ਕਹਿੰਦੇ ਵੀ ਇੱਕ ਚਟੰਗਾ ਲੈ ਕੇ ਆ, ਵੀ ਆਪਾਂ ਸ਼ਿਕਾਰ ਖੇਡਣਾ ਏ। ਝਟਕਾ ਨਿਜ ਪਾਨਾ ਆਪਣੇ ਹੱਥਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਅਸੀਂ ਚਟੰਗਾ ਝਟਕਾਂਗੇ, ਇੱਥੇ ਆਪਣੇ ਹੱਥਾਂ ਦੇ ਨਾਲ ਸ਼ਿਕਾਰ ਖੇਡਾਂਗੇ। ਤਬੇ ਗੁਲਾਬੇ ਫੌਜ ਕੈ ਆ ਗੁਲਾਬਾ ਥੋੜਾ ਜਿਹਾ ਸੰਕੋਚ ਜਿਹਾ ਕਰਦਾ ਹੈ ਵੀ ਮਹਾਰਾਜ ਸਾਹਿਬ, ਇਹਨੂੰ ਪਤਾ ਸੀ ਕਿ ਗੁਰੂ ਕਲਗੀਧਰ ਮਹਾਰਾਜ ਛਕਦੇ ਤਾਂ ਹੈ ਨਹੀਂ, ਪਰ ਇਹ ਕਿਉਂ ਕਹਿੰਦੇ? ਪਰ ਫੇਰ ਮਹਾਰਾਜ ਦਾ ਬਚਨ ਮੰਨ ਕੇ ਤੇ ਖੋਜ ਕੇ ਕੋਈ ਚੰਗਾ ਬੱਕਰਾ, ਕੋਈ ਚਟੰਗਾ ਲੈ ਆਇਆ। ਦੇ ਮੋਲ ਸੁਲਿਆਇਓ ਆ ਜੋ ਵੀ ਉਹਦਾ ਕੋਈ ਮੁੱਲ ਬਣਦਾ ਸੀ ਆਲੀ ਨੂੰ ਦੇ ਕੇ ਭਾਈ ਗੁਲਾਬਾ ਘਰ ਵਿੱਚ ਲੈ ਆਇਆ। ਸ੍ਰੀ ਪ੍ਰਭ ਕੇ ਟਿਕ ਲੈ ਗਇਓ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਬਿਰਾਜਮਾਨ ਸਨ, ਭਾਈ ਗੁਲਾਬਾ ਗੁਰੂ ਕਲਗੀਧਰ ਸਾਹਿਬ ਜੀ ਦੇ ਕੋਲ ਲੈ ਗਿਆ। ਖਰੇ ਟਿਕਾਇਓ ਆ ਨੇੜੇ ਖੜਿਆ ਕਰਕੇ ਟਿਕਾ ਦਿੱਤਾ। ਤੁਮਕ ਮਾਰ ਝਟਕਾ ਕਰਿਓ ਆ ਕਹਿਣ ਲੱਗਾ, ਪਾਤਸ਼ਾਹ ਜਿਵੇਂ ਤੁਹਾਡੀ ਆਗਿਆ ਸੀ, ਆ ਮੈਂ ਚਟੰਗਾ ਲੈ ਬੱਕਰਾ ਹਾਜ਼ਰ ਕੀਤਾ, ਹੁਣ ਜਿਵੇਂ ਤੁਸੀਂ ਚਾਹੋ। ਉਸ ਵੇਲੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਆਪ ਖੜੋਤੇ ਤੇ ਸਾਹਿਬਾਂ ਨੇ ਬੰਦੂਕ ਦੇ ਵਿੱਚੋਂ ਗੋਲੀ ਚਲਾ ਕੇ ਉਸ ਦਾ ਝਟਕਾ ਕੀਤਾ, ਸ਼ਿਕਾਰ ਖੇਡਿਆ। ਪਾ ਸ਼ਬਦ ਉਚੇਰੇ ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਗੋਲੀ ਚਲਾਈ, ਹੁਣ ਕਾਰਨ ਤਾਂ ਇਹ ਸੀ ਵੀ ਵੇਖਣਾ ਹੈ, ਵੀ ਪਰਖਣਾ ਹੈ ਵੀ ਇਹ ਕਿੰਨਾ ਕੁ ਪੱਕਾ ਨਿਭਦਾ ਹੈ, ਇਹਦੇ ਆਸ-ਪਾਸ ਜਿਹੜੇ ਇਹਦੇ ਗਵਾਂਢੀ ਨੇ ਉਹ ਕਿੰਨਾ ਕੁ ਪੱਕਾ ਨਿਭਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨਿਰਭੈਤਾ ਦੇ ਨਾਲ, ਕਿਉਂਕਿ ਚੁੱਪ ਚਪੀਤੇ ਨਹੀਂ ਸਾਹਿਬ ਜੀ ਰਹਿਣਾ ਚਾਹੁੰਦੇ ਸਨ, ਰਹਿ ਵੀ ਸਕਦੇ ਸੀ ਜੇ ਚੁੱਪ ਚਪੀਤੇ ਚਾਹੁੰਦੇ, ਪਰ ਸਤਿਗੁਰੂ ਪ੍ਰਗਟ ਹੋ ਕੇ ਫੇਰ ਰਹਿਣਾ ਚਾਹੁੰਦੇ ਨੇ। ਜਦੋਂ ਮਹਾਰਾਜ ਸਾਹਿਬ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਗੋਲੀ ਚਲਾ ਕੇ ਸ਼ਿਕਾਰ ਖੇਡਿਆ, ਚਟੰਗਾ ਝਟਕਾਇਆ, ਤਾਂ ਬਹੁਤ ਭਾਰੀ ਆਵਾਜ਼ ਗੋਲੀ ਚੱਲਣ ਦੀ ਆਈ ਆ। ਸੁਣ ਤੁਕ ਲਾਪਾ ਥਰ ਹਰਿਓ ਉਹ ਗੋਲੀ ਚੱਲੀ ਤਾਂ ਮਹਾਰਾਜ ਤਾਂ ਕੌਤਕ ਕਰ ਰਹੇ ਨੇ, ਪਰ ਗੋਲੀ ਦੀ ਆਵਾਜ਼ ਸੁਣ ਕੇ ਜਿਹੜਾ ਗੁਲਾਬਾ ਮਸੰਦ ਸੀ, ਇਹਦੀਆਂ ਲੱਤਾਂ ਕੰਬਣ ਲੱਗ ਪਈਆਂ। ਇਹਨੇ ਸੋਚਿਆ ਸੀ ਵੀ ਸ਼ਿਕਾਰ ਹੀ ਖੇਡਣਾ ਹੈ, ਵੀ ਹੋ ਸਕਦਾ ਮਹਾਰਾਜ ਕੱਲਾ ਸ੍ਰੀ ਸਾਹਿਬ ਦੇ ਨਾਲ ਝਟਕਾ ਦੇਣਗੇ, ਵੀ ਉਹਦੀ ਕਿਹੜੀ ਆਵਾਜ਼ ਆਉਂਦੀ। ਕਹਿੰਦਾ ਵੀ ਇਹ ਤਾਂ ਮਹਾਰਾਜ ਨੇ ਗੋਲੀ ਚਲਾ ਦਿੱਤੀ ਹੈ। ਗੁਲਾਬਾ ਮਸੰਦ ਆਵਾਜ਼ ਸੁਣ ਕੇ ਕੰਬਣ ਲੱਗ ਪਿਆ। ਜਿਤ ਤੈ ਨਰ ਹੀਰੇ ਕਹਿੰਦਾ ਹੁਣ ਪੱਕਾ ਇਹ ਗੋਲੀ ਚੱਲੀ ਹੈ, ਆਵਾਜ਼ ਆਈ ਹੈ, ਲੋਕ ਪੁੱਛਣਗੇ ਗੁਲਾਬਿਆ ਤੇਰੇ ਘਰੇ ਗੋਲੀਆਂ ਦੀ ਆਵਾਜ਼ ਆਈ, ਕੀ ਗੱਲ ਹੈ? ਇਹ ਸਾਰੇ ਲੋਕਾਂ ਦੇ ਵਿੱਚ ਮਤਾ ਕਿਤੇ ਗੱਲ ਪ੍ਰਗਟ ਹੋ ਜਾਵੇ ਗੋਲੀ ਚੱਲਣ ਕਰਕੇ। ਇੱਕ ਦਿਸ਼ ਹੋ ਤੋ ਪੜੋ ਸਕੋ ਆ ਜਦੋਂ ਗੋਲੀ ਚਲਾਈ ਮਹਾਰਾਜ ਨੇ, ਤਾਂ ਜਿੱਥੇ ਗੁਲਾਬੇ ਮਸੰਦ ਦਾ ਘਰ ਹੈ, ਇਹਦੇ ਘਰ ਦੇ ਇੱਕ ਪਾਸੇ ਗਵਾਂਢ ਦੇ ਵਿੱਚ ਘਰ ਦਿਜ ਕੋ ਬਾਸਾ ਆ ਇੱਕ ਬ੍ਰਾਹਮਣ ਦਾ ਘਰ ਸੀ, ਬੋਦੀ ਵਾਲਾ ਬ੍ਰਾਹਮਣ ਇਹਦੇ ਇੱਕ ਪਾਸੇ ਰਹਿੰਦਾ ਏ। ਦੁਤੀਏ ਦਿਸ਼ਾ ਸੈਯਦ ਵਸੈ ਤੇ ਦੂਸਰੇ ਪਾਸੇ ਇੱਕ ਸੈਯਦ ਵਸਦਾ, ਇੱਕ ਪਾਸੇ ਮੰਦਿਰ ਦੇ ਵਿੱਚ ਜਾਣ ਵਾਲਾ ਏ ਬ੍ਰਾਹਮਣ, ਦੂਜੇ ਪਾਸੇ ਮਸੀਤੇ ਬਾਗ ਦੇਣ ਵਾਲਾ ਇੱਕ ਸੈਯਦ, ਇੱਕ ਕਾਜੀ ਵਸਦਾ ਏ। ਬਹੁ ਨਿਕਟਿ ਆਵਾਸਾ ਕਹਿੰਦੇ ਬਿਲਕੁਲ ਨੇੜੇ ਨੇੜੇ ਘਰ ਹੀ ਹੈ, ਬਹੁਤ ਹੀ ਦੂਰ ਨਹੀਂ ਹੈ, ਕੰਧ ਦੇ ਨਾਲ ਕੰਧ ਸਾਂਝੀ ਆ। ਗੁਲਾਬੇ ਦਾ ਘਰ ਵਿਚਾਲੇ ਹੈ, ਸੱਜੇ ਪਾਸੇ ਬ੍ਰਾਹਮਣ ਦੇ ਖੱਬੇ ਪਾਸੇ ਉਹ ਕਾਜੀ ਦਾ ਘਰ ਹੈ। ਵਿਪਰ ਬਿਲੋਕਾ ਉਸਕ ਆ ਜਦੋਂ ਗੋਲੀ ਦੀ ਆਵਾਜ਼ ਆਈ ਤੇ ਜਿਹੜਾ ਬ੍ਰਾਹਮਣ ਸੀ, ਇਹਨੇ ਆਪਣੀ ਬੋਦੀ ਜੀ ਆਪਣਾ ਸਿਰ ਜਿਹਾ ਤਾਂ ਕਰਕੇ ਅੱਡੀਆਂ ਚੁੱਕ ਚੁੱਕ ਕੇ ਭਾਈ ਗੁਲਾਬੇ ਦੇ ਘਰ ਵੱਲ ਨੂੰ ਵੇਖਦਾ ਵੀ ਇੱਧਰ ਗੋਲੀ ਚੱਲੀ ਹੈ, ਕੀ ਗੱਲ ਹੋਈ ਹੈ। ਗੁਰ ਰੂਪ ਪਛਾਨੇ ਤੇ ਬ੍ਰਾਹਮਣ ਨੇ ਜਦੋਂ ਸਿਰ ਜਿਹਾ ਕੰਧ ਤੋਂ ਤਾਂ ਕੱਢ ਕੇ ਵੇਖਿਆ ਤੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਬ੍ਰਾਹਮਣ ਨੇ ਪਛਾਣ ਲਿਆ ਵੀ ਇਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਗੀਧਰ। ਆਗੇ ਗਇਓ ਆਨੰਦਪੁਰ ਉਹ ਪਛਾਣਨ ਦਾ ਕਾਰਨ ਇਹ ਸੀ ਵੀ ਇਹ ਅੱਗੇ ਪਹਿਲਾਂ ਵੀ ਗੁਲਾਬੇ ਮਸੰਦ ਦੇ ਨਾਲ ਆਨੰਦਪੁਰ ਗਿਆ ਸੀ, ਦਰਸ਼ਨ ਕੀਤੇ ਸਨ ਇਸ ਬ੍ਰਾਹਮਣ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਤੈ ਦਰਸ਼ਨ ਠਾਨੇ ਉਥੇ ਸਾਹਿਬਾਂ ਦੇ ਦਰਸ਼ਨ ਇਹਨੇ ਚੰਗੀ ਤਰ੍ਹਾਂ ਕੀਤੇ, ਪਛਾਣਦਾ ਸੀ। ਜਦੋਂ ਇਹਨੇ ਕੰਧ ਦੇ ਉੱਤੋਂ ਦੀ ਵੇਖਿਆ, ਕਹਿੰਦਾ ਵੀ ਇਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਉਤਰੇ ਨੇ ਮੇਰੇ ਗਵਾਂਢ ਦੇ ਵਿੱਚ। ਦਾਰ ਪਤਾਸੇ ਥਾਲ ਮਹਿ ਉਸ ਵੇਲੇ ਇਹਨੇ ਕੀ ਕੀਤਾ ਵੀ ਇਹ ਬ੍ਰਾਹਮਣ ਨੇ ਥਾਲ ਦੇ ਵਿੱਚ ਪਤਾਸੇ ਰੱਖ ਕੇ ਕਰ ਵਿੱਚ ਜਨੇਊ ਇੱਕ ਉਹਦੇ ਵਿੱਚ ਜਨੇਊ ਰੱਖ ਲਿਆ, ਜੋ ਬ੍ਰਾਹਮਣਾਂ ਦੇ ਧਰਮ ਦੀ ਨਿਸ਼ਾਨੀ। ਉਹਦਾ ਕਾਰਨ ਇਹ ਸੀ ਵੀ ਮਹਾਰਾਜ ਜਨੇਊ ਸਾਡਾ ਤੁਸੀਂ ਵੀ ਬਚਾਇਆ ਲੱਥਣੋਂ। ਆਨ ਅਚਾਨਕ ਘਰ ਭਰਿਓ ਤੇ ਅਚਾਨਕ ਹੀ ਕਿਸੇ ਨੂੰ ਦੱਸਿਆ ਪੁੱਛਿਆ ਕੁਝ ਨਹੀਂ, ਪਤਾਸੇ ਰੱਖ ਕੇ ਵਿੱਚ ਜਨੇਊ ਰੱਖ ਕੇ ਤੇ ਭਾਈ ਗੁਲਾਬੇ ਦੇ ਘਰ ਵਿੱਚ ਬਿਨਾਂ ਕਹਿੰਦੇ ਪੁੱਛਿਆ ਦੱਸਿਆ ਆਣ ਵੜਿਆ। ਮੈਂ ਰੋਕਿਓ ਕਿਉ ਤੇ ਨਾ ਹੀ ਕਿਸੇ ਨੇ ਰੋਕਿਆ, ਕਿਉਂਕਿ ਗਵਾਂਢ ਦੇ ਵਿੱਚ ਤਾਂ ਰਹਿੰਦਾ ਸੀ, ਜਾਣ ਪਛਾਣ ਹੋਣ ਕਰਕੇ। ਗੁਰ ਕੋ ਆਸ਼ਿਕ ਦੇਵ ਕਰ ਤੇ ਆਉਂਦੇ ਹੀ ਅਸੀਸਾਂ ਦਿੰਦੇ ਆ, ਦੂਰੋਂ ਹੀ ਨਮਸਕਾਰਾਂ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਧਰ ਥਾਲ ਅਗਾਰੀ ਕਲਗੀਧਰ ਸਾਹਿਬ ਦੇ ਅੱਗੇ ਨੇ ਪਤਾਸਿਆਂ ਦਾ ਭਰਿਆ ਥਾਲ ਵਿੱਚ ਜਨੇਊ ਰੱਖਿਆ ਮਹਾਰਾਜ
ਮਹਾਰਾਜ ਦੇ ਅੱਗੇ ਟਿਕਾਤਾ। ਪੰਚ ਮੋਹਰ ਨਿਜ ਹੱਥ ਲੈ। ਸਾਹਿਬ ਜਾਣਦੇ ਸਨ ਵੀ ਇਹ ਪੜੋਸ ਚੋਂ ਗਵਾਂਢ ਚੋਂ ਆਇਆ। ਸਾਹਿਬਾਂ ਨੇ ਉਸ ਵੇਲੇ 5 ਮੋਹਰਾਂ ਜਿਹੜੀਆਂ ਆਪਣੇ ਕਰ ਕਮਲਾਂ ਦੇ ਨਾਲ ਲੈ ਕੇ ਪ੍ਰਭ ਤਿਸ ਮੈਂ ਡਾਰੀ। ਉਹ ਜਿਹੜਾ ਥਾਲ ਲੈ ਕੇ ਆਇਆ ਸੀ ਬ੍ਰਾਹਮਣ ਉਹਦੇ ਵਿੱਚ ਪਾ ਦਿੱਤੀਆਂ। ਉਨ ਅਸੀਸ ਕੋ ਵਿਪਰ ਦੇ। ਤੇ ਬ੍ਰਾਹਮਣਾਂ ਦੀ ਮਰਿਆਦਾ ਹੈ ਵੀ ਜਦੋਂ ਇਹਨਾਂ ਨੂੰ ਕੋਈ ਦਾਨ ਕਰੇ ਫਿਰ ਇਹ ਸੀਸਾਂ ਬੜੀਆਂ ਦਿੰਦੇ ਨੇ, ਬੜੀ ਸੁੱਖ ਮੰਗਦੇ ਨੇ। ਤੇ ਜਦੋਂ ਮਹਾਰਾਜ ਕੋ ਮੋਹਰਾਂ ਮਿਲੀਆਂ ਤੇ ਇਹਦਾ ਗੁਰੂ ਸਾਹਿਬ ਦਾ ਜਸ ਕਰਦਾ, ਗੁਰੂ ਦੀਆਂ ਅਸੀਸਾਂ ਕਰਦਾ, ਮਹਾਰਾਜ ਸਾਹਿਬ ਨੂੰ ਅਸੀਸਾਂ ਦਿੰਦਾ ਵੀ ਮਹਾਰਾਜ ਤੁਹਾਡਾ ਪ੍ਰਤਾਪ ਵਧੇ ਚਲਾ ਗਿਆ ਘਰ ਨੂੰ। ਨਿਜ ਸਦਨ ਪਹੁੰਚਾ। ਆ ਬਸ ਦਰਸ਼ਨ ਮੇਲੇ ਕੀਤੇ, ਥੋੜਾ ਚਿਰ ਖਲੋਤਾ ਤੇ ਬ੍ਰਾਹਮਣ ਤਾਂ ਵਾਪਸ ਆਪਣੇ ਘਰੇ ਚਲਾ ਗਿਆ। ਡਰੇ ਗੁਲਾਬ ਪੰਜਾਬ ਔਰ। ਤੇ ਗੁਲਾਬਾ ਦੇ ਪੰਜਾਬਾ ਮਸੰਦ ਇਹ ਡਰ ਕੇ ਕਹਿੰਦੇ ਵੀ ਗਵਾਂਢੀਆਂ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹਨ। ਮੈਂ ਬੋਲਤੀ ਉੱਚਾ। ਉਹਦੇ ਉੱਚੀ ਸਾਹ ਨਹੀਂ ਕੱਢਦੇ, ਕਹਿੰਦੇ ਵੀ ਗੱਲ ਬਣੀ ਕੀ, ਕਿਹਨੂੰ ਕੀ ਕਵਾਂਗੇ ਜੇ ਬ੍ਰਾਹਮਣ ਨੇ ਕਿਸੇ ਨੂੰ ਕੁਝ ਅੱਗੇ ਜਾ ਕੇ ਦੱਸਤਾ। ਜਾਨ ਜਾਏਪੁਰ ਨਗਰ ਸਭ। ਕਹਿੰਦੇ ਵੀ ਹੁਣ ਤਾਂ ਗਵਾਂਢ ਚੋਂ ਇੱਕ ਆਇਆ, ਇਹ ਸਹਿਜੇ ਸਹਿਜੇ ਸਾਰੇ ਮਾਛੀ ਵਾਲੇ ਨੂੰ ਪਤਾ ਲੱਗ ਜੂ ਵੀ ਗੁਰੂ ਗੋਬਿੰਦ ਸਿੰਘ ਗੁਲਾਬੇ ਮਸਾਂਦੇ ਦੇ ਗੁਲਾਬੇ ਦੇ ਪੰਜਾਬੇ ਦੇ ਘਰੇ ਆਏ ਹਨ। ਮੁਝ ਆਣ ਕਹੈ। ਤੇ ਕਹਿੰਦੇ ਜਦੋਂ ਸਾਰੇ ਰੌਲਾ ਪੈ ਗਿਆ ਫਿਰ ਗੱਲ ਸਰਕਾਰੇ ਦਰਬਾਰੇ ਚਲੇ ਜਾਣੀ ਆ। ਆਪਸ ਵਿੱਚ ਦੋਵੇਂ ਕਹਿੰਦੇ ਪੰਜਾਬਾ ਤੇ ਗੁਲਾਬਾ ਕਹਿੰਦੇ ਵੀ ਇਹ ਨਾ ਹੋਵੇ ਵੀ ਸਾਨੂੰ ਆ ਕੇ ਸਰਕਾਰੀ ਬੰਦੇ ਫਾੜੀ ਲੈਣ। ਜਤਨ ਛੁਟਨ ਕੋ ਪੁਨ ਕਹਾ। ਕਹਿੰਦੇ ਬਸ ਇੱਕ ਵਾਰ ਜੇ ਫੜੇ ਗਏ ਫੇਰ ਯਤਨ ਕਿੱਥੇ ਛੁੱਟਣ ਦਾ, ਫੇਰ ਕਿੱਥੇ ਛੱਡਣਾ। ਉਹਨਾਂ ਕਹਿਣਾ ਹੁਣ ਨਹੀਂ ਵੀ ਸਰਕਾਰ ਦੇ ਬਾਗੀ ਨੂੰ ਆਪਣੇ ਘਰ ਪਨਾਹ ਦਿੱਤੀ, ਹੁਣ ਨਹੀਂ ਛੁਟਕਾਰਾ ਹੋਣਾ। ਨਾਹਕ ਮਰ ਜਾਹ। ਕਹਿੰਦੇ ਬਿਨਾਂ ਕਾਰਨ ਹੀ ਮਰ ਜਾਵਾਂਗੇ। ਕੋਈ ਗੁਰੂ ਦੇ ਪਿੱਛੇ ਦੇ ਫੌਜਾਂ ਲੱਗੀਆਂ ਵੀ ਕਹਿੰਦੇ ਅਸੀਂ ਤਾਂ ਐਵੇਂ ਮਰਾਂਗੇ। ਵੇਖੋ ਇੱਕ ਉਹ ਵੀ ਸਿੱਖ ਹੈ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦੀਆਂ ਪਾ ਗਏ, ਉਹ ਵੀ ਸਿੱਖ ਨੇ ਜਿਹੜੇ ਨਾਲ ਤੁਰੇ ਫਿਰਦੇ ਨੇ ਵੀ ਜਿੱਥੇ ਵੀ ਲੋੜ ਪਵੇਗੀ ਸ਼ਹੀਦ ਹੋ ਜਾਵਾਂਗੇ। ਤੇ ਹੈਗੇ ਇਹ ਵੀ ਦੋਵੇਂ ਸਿੱਖ ਹੀ ਆ, ਪਰ ਇਹ ਮਸੰਦ ਸਨ। ਇਹ ਫਰਕ ਹੈ ਵੀ ਇਹ ਮਾਇਆ ਗਰਾਉਂਦੇ ਸਨ। ਮਾਇਆ ਨੇ ਅਸਰ ਇਹੋ ਜਿਹਾ ਕਰਤਾ ਵੀ ਸ਼ਹੀਦੀ ਦੀ ਇਹਨਾਂ ਦੇ ਵਿੱਚ ਜੋ ਸੋਚ ਸ਼ਹੀਦੀ ਦਾ ਜਜ਼ਬਾ ਨਹੀਂ ਇਹਨਾਂ ਦੋਵਾਂ 'ਚ ਰਹਿ ਗਿਆ। ਕਹਿੰਦੇ ਵੀ ਬਿਨਾਂ ਹੀ ਮਰ ਜਾਾਂਗੇ। ਉਹ ਗੁਰੂ ਵਾਸਤੇ ਸਿੱਖ ਮਰਨ ਵਾਸਤੇ ਹਮੇਸ਼ਾ ਤਿਆਰ ਰਹਿੰਦਾ, ਪਰ ਗੁਲਾਬਾ ਤੇ ਪੰਜਾਬਾ ਮਸੰਦ ਕਹਿੰਦੇ ਬਿਨਾਂ ਹੀ ਮਰ ਜਾਾਂਗੇ ਇਦਾਂ ਤਾਂ। ਬਾ ਆਮਿਕ ਕੋ ਕਰ ਪਾਕ ਤਬ। ਇਸ ਤਰ੍ਹਾਂ ਇਹ ਸੋਚ ਰਹੇ ਨੇ। ਮਹਾਰਾਜ ਸਾਹਿਬ ਜੀ ਨੇ ਇਹ ਕੌਤਕ ਕੀਤਾ। ਪਹਿਲਾਂ ਤਾਂ ਇਹ ਬ੍ਰਾਹਮਣ ਦੇ ਨਾਲ ਇਦਾਂ ਖੇਡ ਕੀਤੀ ਹੈ, ਫਿਰ ਨਾਲ ਕਹਿੰਦੇ ਵੀ ਜਦੋਂ ਉਹ ਜਿਹੜਾ ਸ਼ਿਕਾਰ ਕੀਤਾ ਸੀ ਉਹਦੀਆਂ ਹੱਡੀਆਂ ਦੀਆਂ ਮਹਾਰਾਜ ਸਾਹਿਬ ਜੀ ਨੇ ਕੁਝ ਉਹ ਲਾ ਕੇ ਕਾਜੀ ਦੇ ਘਰ ਦੇ ਵਿੱਚ ਪਰਖ ਕਰਨ ਦੇ ਲਈ ਵੀ ਇੱਧਰਲਾ ਗਵਾਂਢੀ ਵੀ ਪੜੋਸੀ ਵੀ ਹੁਣ ਪਰਖ ਲਈਏ ਵੀ ਇਹ ਕਿੰਨਾ ਕੁ ਰੌਲਾ ਪਾਉਂਦਾ। ਵੀ ਚਲੋ ਬ੍ਰਾਹਮਣ ਨੇ ਤਾਂ ਨਹੀਂ ਰੌਲਾ ਪਾਇਆ। ਆਛੇ ਸੁਧਰਾਇਓ। ਆ ਚੰਗੀ ਤਰ੍ਹਾਂ ਗੁਰੂ ਗਰੀਬ ਨਿਵਾਸ ਸਾਹਿਬ ਮਹਾਰਾਜ ਦੇ ਹੁਕਮ ਦੇ ਨਾਲ ਉਹ ਹੱਡੀਆਂ ਜੀਆਂ ਜਦੋਂ ਕੀਤੀਆਂ। ਖਲਰੀ ਚਾਰੋਂ ਚਰਨ ਅਜ। ਆ ਜਿਹੜੇ ਚੌਵੇਂ ਚਰਨ ਹਨ ਉਹ ਖਲ ਦੇ ਸਮੇਤ ਇੱਕ ਥਾਂ ਟਿਕਾਇਓ। ਇੱਕ ਥਾਂ ਤੇ ਮਹਾਰਾਜ ਸਾਹਿਬ ਜੀ ਨੇ ਟਿਕਾ ਦਿੱਤੇ। ਤੇ ਸਾਹਿਬ ਜੀ ਜਿਹੜੇ ਪਰਖ ਕਰਦੇ ਉਹ ਡਰੀ ਜਾਂਦੇ ਵੀ ਬ੍ਰਾਹਮਣ ਨੂੰ ਪਤਾ ਲੱਗ ਗਿਆ। ਹੁਣ ਕਾਜੀ ਦਾ ਘਰ ਸੀ ਲਾਗੇ ਤੇ ਮਹਾਰਾਜ ਸਾਹਿਬ ਜੀ ਨੇ ਕੀ ਕੀਤਾ ਵੀ ਉਹ ਜੋ ਹੱਡੀਆਂ ਜੀਆਂ ਜੋ ਕਹਿ ਲਓ ਵੀ ਉਹ ਜੋ ਬੱਕਰੇ ਦੇ ਪੈਰ ਚਰਨ ਜੇ ਸਨ, ਇੱਕ ਤਾਂ ਉਹ ਬ੍ਰਾਹਮਣ ਦੇ ਘਰ ਵੱਲ ਸੁੱਟ ਦਿੰਦੇ ਆ ਤੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਥੋੜੇ ਚਿਰ ਬਾਅਦ ਕਾਜੀ ਦੇ ਘਰ ਵੱਲ ਕੰਧ ਤੋਂ ਸੁੱਟ ਦਿੰਦੇ ਹਨ। ਉਹ ਇੱਕ ਤਾਂ ਜਾ ਕੇ ਕਾਜੀ ਦੇ ਸਿਰ ਸੁਰ 'ਚ ਵੀ ਵੱਜੀ, ਉਹ ਆਕਾਸ਼ ਵੱਲ ਨੂੰ ਵੇਖੀ ਜਾਂਦਾ ਵੀ ਇਹ ਉੱਤੋਂ ਕਿਧਰੋਂ ਆ ਗਿਆ, ਵੀ ਇਹ ਕਿਹਨੇ ਮਾਰੀ ਹੈ। ਤੇ ਜਦੋਂ ਕਹਿੰਦੇ ਵੀ ਉਹਨੂੰ ਪਤਾ ਲੱਗਾ ਵੀ ਇਹ ਗੁਲਾਬੇ ਮਸੰਦ ਦੇ ਘਰ ਵੱਲੋਂ ਕਹਿੰਦੇ ਵੀ ਆ ਰਹੀ ਹੈ। ਹਤਨ ਹਾਰ ਦੇਖਿਓ ਨਹਿ। ਪਹਿਲਾਂ ਤਾਂ ਇਹਨੇ ਵੇਖਿਆ ਕਾਜੀ ਨੇ ਸੱਜੇ ਖੱਬੇ, ਤੇ ਜਦੋਂ ਸੱਜੇ ਖੱਬੇ ਵੇਖਿਆ ਵੀ ਮਾਰਨ ਵਾਲਾ ਤਾਂ ਕੋਈ ਸਾਹਮਣੇ ਨਹੀਂ ਹੈ। ਤੂੰ ਜਨਮ ਤਾਰੀ। ਆ ਚੁੱਪ ਰਿਹਾ, ਇਹ ਬੋਲਿਆ ਨਾ ਕਾਜੀ ਕੁਝ। ਬਿਸਮਾਨਿਓ ਚਿਤਵਤ ਪਇਓ। ਆ ਫੇਰ ਇੱਕ ਹੋਰ ਮਹਾਰਾਜ ਨੇ ਹੱਡ ਜਿਹਾ ਜਿਹੜਾ ਸੀ ਉਹ ਸ਼ਿਕਾਰ ਖੇਡਿਆ ਚਟੰਗੇ ਦਾ, ਫੇਰ ਕਾਜੀ ਵੱਲ ਜਦੋਂ ਸੁੱਟਿਆ ਤੇ ਬੜਾ ਹੈਰਾਨ ਹੋਇਆ। ਨਬਤੀ ਕਿਨ ਮਾਰੀ। ਆ ਕਹਿੰਦਾ ਵੀ ਇਹ ਆਕਾਸ਼ ਤੋਂ ਥੋੜਾ ਕਿਤੇ ਆ ਰਹੀ ਹੈ, ਜ਼ਰੂਰ ਕੋਈ ਕਹਿੰਦੇ ਲਾਗੇ ਬੰਨੇ ਹੀ ਕਰ ਰਿਹਾ ਹੋਵੇਗਾ। ਇਤ ਸਤਿਗੁਰ ਅਚਵਨ ਕਰੇ। ਏਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੀ ਕਰਦੇ ਨੇ ਵੀ ਉਹਦਾ ਇੱਕ ਹੱਡ ਜਿਹਾ ਉਹ ਬ੍ਰਾਹਮਣ ਦੇ ਘਰ ਸੁੱਟ ਦਿੰਦੇ। ਉਹ ਨਹੀਂ ਬੋਲਦਾ, ਉਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਸਾਹਿਬ ਨੇ। ਇੱਕ ਮਹਾਰਾਜ ਸਾਹਿਬ ਜੀ ਕਾਜੀ ਵੱਲ ਸੁੱਟ ਦਿੰਦੇ ਹਨ। ਸੋ ਇਸ ਤਰ੍ਹਾਂ ਦੇਜਰ ਸੈਯਦ ਕੇ ਸਦਨ ਗਿਰ ਨਾਦ ਉਠਾਵੇਂ। ਜਦੋਂ ਮਹਾਰਾਜ ਇੱਕ ਬ੍ਰਾਹਮਣ ਵੱਲ ਤੇ ਇੱਕ ਉਹ ਜਿਹੜਾ ਸੈਯਦ ਹੈ ਜਿਹੜਾ ਕਾਜੀ ਹੈ
ਉਹਦੇ ਘਰ ਵੱਲ ਹੱਟ ਜਿਆ ਸੁੱਟਦੇ ਐ, ਫਿਰ ਉਹਦੀ ਆਵਾਜ਼ ਜੀ ਆਉਂਦੀ ਡਿੱਗਣ ਦੇ ਨਾਲ। ਵਿਪਰ ਬਿਲੋਕੇ ਜਾਣ ਸਭ, ਬ੍ਰਾਹਮਣ ਨੇ ਤਾਂ ਵੇਖਿਆ ਸੀ ਵੀ ਗੁਰੂ ਸਾਹਿਬ ਆਏ ਨੇ, ਇਸ ਕਰਕੇ ਮੈਂ ਕਛੂ ਉਚਾਰੀ, ਉਹ ਤਾਂ ਨਹੀਂ ਕੁਝ ਮੁਖੋਂ ਬੋਲਿਆ, ਚੁੱਪ ਹੀ ਕਰ ਗਿਆ। ਦੇਖਤ ਸੈਯਦ ਬਹੁਰ ਸਿਓ, ਪਰ ਜਦੋਂ ਸੈਯਦ ਨੇ ਵੇਖਿਆ, ਪਹਿਲਾਂ ਨਹੀਂ ਪਤਾ ਲੱਗਾ, ਬਾਅਦ ਚ ਵੇਖਿਆ ਵੀ ਇਹ ਤਾਂ ਗੁਲਾਬੇ ਮਸੰਦ ਦੇ ਘਰ ਵੱਲੋਂ ਹੱਡੀਆਂ ਆ ਰਹੀਆਂ ਨੇ, ਬੜਾ ਗੁੱਸੇ ਵਿੱਚ ਆ ਗਿਆ। ਬੋਲਤ ਦੇ ਗਾਰੀ, ਬਸ ਫੇਰ ਕੀ, ਉਹ ਤਾਂ ਗੁਲਾਬੇ ਮਸੰਦ ਨੂੰ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਉਹ ਗੁਲਾਬਿਆ ਪੰਜਾਬਿਆ, ਤੈਨੂੰ ਕੀ ਲੱਗਦਾ ਵੀ ਮੈਨੂੰ ਪਤਾ ਕੁਝ ਨਹੀਂ ਹੈ? ਕਹਿੰਦਾ ਮੈਨੂੰ ਸਾਰਾ ਕੁਝ ਪਤਾ ਹੈ। ਸੁਣੋ ਗੁਲਾਬੇ ਮੰਦ ਮਤ, ਉਹ ਗੁਲਾਬੇ ਮੰਦੀ ਮਤ ਵਾਲਿਆ ਸੁਣ ਧਿਆਨ ਦੇ ਕੇ, ਹਮ ਪਰਦਾ ਢਾਕਾ, ਉਹ ਕਹਿੰਦੇ ਅਸੀਂ ਤੇਰਾ ਪਰਦਾ ਢੱਕ ਰੱਖਿਆ ਵੀ ਤੂੰ ਸਾਡਾ ਗਵਾਂਢੀ ਹੈ। ਕਹਿੰਦਾ ਮੈਨੂੰ ਪਤਾ ਸੀ ਵੀ ਇੱਥੇ ਸਿੰਘ ਆਏ ਨੇ ਤੇਰੇ ਘਰ, ਤੇ ਮੈਂ ਫੇਰ ਵੀ ਚੁੱਪ ਰਹਿ ਗਿਆ। ਤੇਰਾ ਪਰਦਾ ਢੱਕ ਲਿਆ ਗਵਾਂਢੀ ਜਾਣ ਕੇ ਵੀ ਚਲੋ ਮਿਰਦੇ ਵਰਤਦੇ ਆ, ਹਨੇਰੇ ਸਵੇਰੇ ਮੂੰਹ ਮੱਥੇ ਲੱਗਦੇ ਆ ਆਪਾਂ। ਸਿੰਘ ਦੁਰਾਈ ਸਦਨ ਮੈਂ, ਕਹਿੰਦਾ ਤੈਨੂੰ ਕੀ ਲੱਗਦਾ ਵੀ ਸਾਨੂੰ ਕੁਝ ਨਹੀਂ ਪਤਾ? ਉਹ ਸੈਯਦ ਉਹ ਕਾਜੀ ਕਹਿਣ ਲੱਗਾ, ਤੂੰ ਆਪਣੇ ਘਰ ਦੇ ਵਿੱਚ ਸਿੰਘ ਲੁਕਾਏ ਨੇ ਕਲਗੀਆਂ ਵਾਲੇ ਦੇ। ਤੁਝ ਪੈਨ ਕਾਂਕਾ, ਕਹਿੰਦੇ ਤੁਝ ਭੈ ਨੇ ਕਾਂਕਾ, ਉਹ ਗੁਲਾਬੇ ਮਸੰਦ, ਤੈਨੂੰ ਕਿਸੇ ਦਾ ਡਰ ਭੈ ਨਹੀਂ? ਤੈਨੂੰ ਪਤਾ ਨਹੀਂ ਵੀ ਸਿੰਘਾਂ ਦੇ ਨਾਲ ਸਰਕਾਰ ਦੀ ਖੜਕੀ ਆ, ਤੇ ਤੂੰ ਉਹ ਸਰਕਾਰ ਦੇ ਬਾਗੀਆਂ ਨੂੰ ਆਪਣੇ ਘਰ ਦੇ ਵਿੱਚ ਰੱਖਿਆ। ਇਹਨਾਂ ਨਹੀਂ ਇਹਨੂੰ ਪਤਾ ਵੀ ਮਹਾਰਾਜ ਨੇ, ਪਰ ਇਹਨਾਂ ਇਹਨੇ ਜਾਣ ਲਿਆ ਵੀ ਸਿੰਘ ਆਏ ਹਨ। ਹੋਨੇ ਦਿਓ ਪ੍ਰਭਾਤ ਕੋ, ਉਹ ਕਾਜੀ ਨਾਲੇ ਤੋਂ ਗੁਲਾਬੇ ਨੂੰ ਕੱਢੇ ਗਾਲਾਂ, ਕਹਿੰਦਾ ਖਾ ਕੇ ਹੱਡ ਸਾਡੇ ਵੱਲ। ਉਹਨੂੰ ਤਾਂ ਗੁੱਸਾ ਇਹ ਸੀ ਵੀ ਇਹਨੇ ਮੈਨੂੰ ਸੱਦਿਆ ਕਿਉਂ ਨਹੀਂ, ਵੀ ਇਹ ਘਰੇ ਚਟੰਗਾ ਝੜਕਾਇਆ। ਗੁੱਸਾ ਤਾਂ ਉਹ ਕੱਢ ਰਿਹਾ, ਕਹਿੰਦਾ ਵੀ ਹੱਡ ਜੇ ਸਾਡੇ ਵੱਲ ਸੁੱਟੀ ਜਾਣਾ, ਕੋਈ ਸਵੇਰ ਹੋ ਲੈਣ ਦੇ, ਹਾਲੇ ਤਾਂ ਰਾਤ ਹੈ, ਦਿਨ ਚਾੜ ਲੈਣ ਦੇ, ਫੇਰ ਵੇਖਦੇ ਆ ਤੇਰੇ ਨਾਲ ਕੀ ਕਰਦੇ ਆ। ਹਮ ਜਾਏ ਪੁਕਾਰ, ਅਸੀਂ ਜਾ ਕੇ ਕਹਿੰਦੇ ਵੀ ਕਚਹਿਰੀ ਦੇ ਵਿੱਚ ਥਾਣੇ ਪੁਕਾਰ ਕਰਾਂਗੇ। ਪਾਤਸ਼ਾਹ ਕੇ ਲਿਆਏ ਨਰ, ਜਿਹੜੇ ਪਾਤਸ਼ਾਹ ਦੇ ਬੰਦੇ ਨੇ ਨਾ, ਉਹਨਾਂ ਨੂੰ ਲੈ ਕੇ ਗੁਲਾਬਿਆ ਤੇਰੇ ਘਰੇ ਆਉਂਗਾ ਸਵੇਰੇ ਮੈਂ। ਕਰ ਦੋਏ ਦਿਖਾਰ, ਤੇ ਕਹਿੰਦੇ ਵੀ ਤੈਨੂੰ ਮੈਂ ਵਿਖਾਵਾਂਗਾ ਫਿਰ ਚੰਗੀ ਤਰ੍ਹਾਂ ਵੀ ਕਿਵੇਂ ਸਰਕਾਰ ਦੇ ਬਾਗੀਆਂ ਨੂੰ ਰੱਖੀਦਾ ਹੈ। ਅੰਦਰੋਂ ਤਾਂ ਕਹਿ ਰਿਹਾ ਵੀ ਮੈਨੂੰ ਕਿਉਂ ਨਹੀਂ ਸੱਦਿਆ। ਪੇਟ ਚਾਕ ਤੋਂ ਕਟੰਬ ਕੋ, ਜਦੋਂ ਕਹਿੰਦਾ ਸਿਪਾਹੀ ਆਏ ਨਾ, ਤੇਰਾ ਢਿੱਡ ਜਿਹਾ ਜਿਵੇਂ ਤੂੰ ਬੱਕਰਾ ਵਢਾਇਆ, ਏਦਾਂ ਤੇਰਾ ਢਿੱਡ ਜਿਹਾ ਪਾੜਨਗੇ ਆ ਕੇ, ਮੈਂ ਸੋ ਕਰਵਾਵੇਂ, ਤੇ ਤੈਨੂੰ ਫੜ ਕੇ ਜੋ ਕੁਝ ਵੀ ਤੇਰੇ ਅੰਦਰ ਹੋਊਗਾ ਨਾ, ਜਿਹੜੀ ਗੱਲਬਾਤ ਭਾਵ ਪੁੱਛ ਪੜਤਾਲ ਕਰਨਗੇ, ਤੈਨੂੰ ਮਾਰਨਗੇ ਚੰਗੀ ਤਰ੍ਹਾਂ। ਹਮਰੇ ਘਰ ਮੈਂ ਅਸਤ ਇਹ, ਆ ਜਿਹੜੀਆਂ ਤੂੰ ਹੱਡੀਆਂ ਸਾਡੇ ਘਰ ਦੇ ਵਿੱਚ ਸਿੱਟੀ ਜਾਣਾ ਹੈ, ਨਿਰਭੈ ਗਿਰਵਾਵੇਂ, ਕਹਿੰਦੇ ਤੈਨੂੰ ਡਰ ਨਹੀਂ, ਤੈਨੂੰ ਕੋਈ ਭੈ ਨਹੀਂ ਆ। ਇੱਕ ਸਰਕਾਰ ਦੇ ਕਹਿੰਦੇ ਭਗੌੜੇ ਜਿਹੜੇ ਹਨ ਬਾਗੀ ਰੱਖੇ ਨੇ ਘਰ, ਤੇ ਉਲਟਾ ਕਹਿੰਦੇ ਵੀ ਤੂੰ ਸਾਡੇ ਘਰ ਦੇ ਵਿੱਚ ਹੱਡੀਆਂ ਜੀਆਂ ਸੁਟਾਈ ਜਾਣਾ ਏ। ਤਵੇ ਗੁਲਾਬ ਪੰਜਾਬ ਡਰ, ਆ ਜਦੋਂ ਇਸ ਤਰ੍ਹਾਂ ਕਾਜੀ ਨੇ ਦਬਕਾ ਮਾਰਿਆ, ਤੇ ਗੁਲਾਬਾ ਤੇ ਪੰਜਾਬਾ ਮਸੰਦ ਬਹੁਤ ਹੀ ਡਰ ਗਏ। ਤੈਨ ਢਿਗ ਕਰ ਜੋਰੇ, ਇਹਨਾਂ ਦੋਵਾਂ ਨੇ ਨੇੜੇ ਹੋ ਕੇ ਤੇ ਕਾਜੀ ਦੇ ਅੱਗੇ ਹਾਥੀ ਜੋੜ ਲਏ, ਇਹ ਸੈਯਦ ਜੀ, ਇਹ ਕਾਜੀ ਸਾਹਿਬ, ਕਰੋ ਸ਼ਮਾਤ ਮੈਂ ਅੱਜ ਕੀ, ਇਹਦੀ ਗਲਤੀ ਹੋ ਗਈ, ਬਸ ਅੱਜ ਦੀ ਕਹਿੰਦੇ ਭੁੱਲ ਬਖਸ਼ ਲੈ ਤੂੰ। ਇਹ ਗਮਨੈ ਪੋਰੇ, ਆ ਕੋਈ ਗੱਲ ਨਹੀਂ, ਇਹ ਸਵੇਰ ਹੋ ਲੈਣ ਦੇ। ਇਹ ਜਿਹੜੇ ਤੂੰ ਕਹਿੰਦਾ ਹੈ ਨਾ ਸਿੰਘ ਆਏ ਨੇ, ਸਵੇਰ ਹੁੰਦੇ ਹੀ ਇੱਥੋਂ ਚਲੇ ਜਾਣਗੇ। ਸਦਾ ਪੜੋਸੀ ਬਸੋ ਟਿਕ, ਆ ਤਰਲਾ ਜਿਹਾ ਲੈਣ ਲੱਗੇ ਵੀ ਕਾਹਤੋਂ ਸਰਕਾਰ ਤਾਈਂ ਜਾਣਾ ਹੈ, ਸਰਕਾਰ ਤਾਈਂ ਗੱਲ ਕਿਉਂ ਪਹੁੰਚਾਉਣੀ ਹੈ? ਕਾਜੀ ਸਾਹਿਬ ਆਪਾਂ ਗਵਾਂਢੀ ਆ, ਸਦਾ ਇੱਥੇ ਇਕੱਠੇ ਹੀ ਵੱਸਦੇ ਆ। ਇਹ ਕਰੋ ਅਸਾਨਾ, ਆ ਸਾਡੇ ਤੇ ਆਸਾਨ ਕਰ, ਅਸੀਂ ਤੇਰੇ ਪੜੋਸ ਵਿੱਚ, ਤੇਰੇ ਗੁਆਂਢ ਵਿੱਚ ਰਹਿੰਦੇ ਆ, ਵੀ ਇਕੱਠੇ ਖੇਡਦੇ ਰਹੇ ਆ, ਇਹ ਸਾਡੇ ਤੇ ਹੁਣ ਤੂੰ ਅਹਿਸਾਨ ਕਰ ਇੱਕ। ਹਮ ਅਧੀਨ ਤੁਮਰੇ ਰਹਿ, ਅਸੀਂ ਕਹਿੰਦੇ ਵੀ ਅਧੀਨ ਰਵਾਂਗੇ ਤੇਰੇ। ਵੇਖੋ ਗੁਰੂ ਮਹਾਰਾਜ ਸਾਹਿਬ ਦੇ ਹੁੰਦੇ ਆ ਕਾਜੀ ਦੇ ਤਰਲੇ ਕੱਢੇ ਜਾਂਦੇ ਨੇ, ਵੀ ਸਤਿਗੁਰੂ ਸਾਹਿਬ ਦੇ ਇਹਨਾਂ ਨੂੰ ਭਰੋਸਾ ਡੋਲ ਗਿਆ ਨਾ, ਡੋਲ ਗਏ, ਬਹੁਤ ਡੋਲ ਜਾਂਦੇ। ਕੱਲੇ ਗੁਲਾਬੇ ਪੰਜਾਬੇ ਵਰਗੇ ਨਹੀਂ, ਸਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਡੋਲ ਜਾਣ ਜਦੋਂ ਇਹੋ ਜਿਹਾ ਕੋਈ ਸਮਾਂ ਬਣੇ, ਕੋਈ ਸਿੰਘਾਂ ਦੀ ਸੇਵਾ ਕਿਤੇ ਕਰਨੀ ਪਵੇ, ਕਹਿੰਦੇ ਡੋਲ ਜਾਂਦੇ ਨੇ ਲੋਕ। ਗੁਲਾਬਾ ਤੇ ਪੰਜਾਬਾ ਵੀ ਡੋਲ ਗਏ, ਗੁਰੂ ਲਾਗੇ ਐ, ਤੇ ਕਾਜੀ ਨੂੰ ਕਹਿੰਦੇ ਅਸੀਂ ਤੇਰੇ ਅਧੀਨ ਰਵਾਂਗੇ ਸਾਰੀ ਉਮਰ। ਆਹੋ ਪੀਰ ਮਹਾਨਾ, ਤੁਸੀਂ ਤੇ ਕਹਿੰਦੇ ਸਾਡੇ ਪੀਰਾਂ ਤੋਂ ਵੀ ਵੱਡੇ ਵੱਡੇ ਪੀਰ ਹੋ। ਮੈਂ ਮਰਜੇ ਤੇ ਜਬ ਹਟੇ, ਇਹਨਾਂ ਤਰਲਾ ਮਿਲਣ ਤੇ ਬਥੇਰਾ ਕੀਤਾ, ਪਰ ਉਹ ਅੱਗੋਂ ਕਵੇ ਨਾ, ਕਹਿੰਦਾ ਕੋਈ ਗਵਾਂਢ ਨਹੀਂ, ਕੋਈ ਨਹੀਂ, ਸਰਕਾਰ ਦੇ ਬੰਦੇ ਤੂੰ ਰੱਖੇ ਨੇ, ਸਰਕਾਰ ਦੇ ਬਾਗੀ ਰੱਖੇ ਨੇ, ਮੈਂ ਤਾਂ ਜ਼ਰੂਰ ਜਾ ਕੇ ਦੱਸਾਂਗਾ। ਗੁਰਮੋਹਰ ਬਗਾਈ, ਆ ਮਹਾਰਾਜ ਸਾਹਿਬ ਪਹਿਲਾਂ ਵਹਿੰਦੇ ਰਹੇ ਵੀ ਇਹ ਗੁਲਾਬਾ ਪੰਜਾਬਾ ਕੀ ਕਰਦੇ ਆ ਤੇ ਕਾਜੀ ਕੀ ਕਹਿੰਦਾ। ਜਦੋਂ ਰੌਲਾ ਰੱਪਾ ਪੈਂਦਾ ਰਿਹਾ, ਉਹ ਕਹਿੰਦੇ ਨਾ ਦੱਸੀ, ਉਹ ਕਹਿੰਦਾ ਮੈਂ ਸਿਪਾਹੀ ਸਵੇਰੇ ਲੈ ਕੇ ਆਉਂ,
ਇਹ ਗੱਲਾਂ ਬਾਤਾਂ ਦੇ ਵਿੱਚ ਹੀ ਮਹਾਰਾਜ ਨੇ ਇੱਕ ਮੁੱਠ ਮੋਹਰਾਂ ਦੀ ਭਰ ਕੇ ਤੇ ਕਾਜੀ ਦੇ ਵਿਹੜੇ ਵਿੱਚ ਸੁੱਟ ਦਿੱਤੀ। ਪਰੀ ਸਦਨ ਮੈਂ ਦੇਖ ਕੇ ਜਦੋਂ ਕਾਜੀ ਨੇ ਵੇਖਿਆ ਵੀ ਘਰ ਦੇ ਵਿੱਚ ਸੋਨੇ ਦੀਆਂ ਮੋਹਰਾਂ ਪਈਆਂ ਹਨ, ਬੀਨਤ ਸਮੁਦਾਈ ਇਹਦੇ ਵੀ ਪਹਿਲਾਂ ਤਾਂ ਉਹ ਪੰਜਾਬੇ ਤੇ ਗੁਲਾਬੇ ਨਾਲ ਲੜੀ ਜਾਂਦਾ ਸੀ, ਲਾਲ ਪੀਲਾ ਹੋਇਆ, ਇੱਕਦਮ ਪਛਾਣ ਹਟਿਆ ਤੇ ਵਿਹੜੇ 'ਚ ਪਈਆਂ ਮੋਹਰਾਂ ਚੁਗਣ ਲੱਗ ਪਿਆ। ਅਦਕ ਦਰਬ ਕੇ ਲੋਭ ਮੈਂ ਬਹੁਤਾ ਘਰ ਦੇ ਵਿੱਚ ਧਨ ਡਿੱਗਾ ਵੇਖ ਕੇ ਲੋਭ ਲਾਲਚ ਕਰ ਗਿਆ। ਕਾਜੀ ਸਾਹਿਬ ਜਿਹੜਾ ਜਾ ਕੇ ਬਾਂਗਾ ਦਿੰਦਾ ਸੀ, ਧਰਮ ਦੀਆਂ ਗੱਲਾਂ ਦੱਸਦਾ, ਮਾਇਆ ਵੇਖ ਕੇ ਡੋਲ ਗਿਆ। ਲੈ ਤੂਸ਼ਣ ਹੋਏ ਤੇ ਪਹਿਲਾਂ ਗੁਲਾਬੇ ਦੇ ਤਰਲੇ ਕੱਢਿਆ ਨਹੀਂ ਸੀ ਨਾ, ਜਿਹੜਾ ਚੁੱਪ ਹੋਇਆ। ਜਦੋਂ ਮਹਾਰਾਜ ਸਾਹਿਬ ਨੇ ਮਾਇਆ ਇਹਦੇ ਵਿਹੜੇ ਵਿੱਚ ਸੁੱਟੀ ਤੇ ਮਾਇਆ ਲੈ ਕੇ ਚੁੱਪ ਹੋ ਗਿਆ। ਨਾ ਇਕਸੇ ਬੋਲੇ ਨਾ ਪੁਨ ਨਾ ਕਹਿੰਦੇ ਵੀ ਮੁੜ ਕੇ ਗੁੱਸਾ ਕੀਤਾ, ਨਾ ਕੋਈ ਗਿਲਾ ਕੀਤਾ ਤੇ ਨਾ ਹੀ ਕੋਈ ਉੱਚੀ ਆਵਾਜ਼ ਇਹਨੇ ਕੀਤੀ ਗੁਲਾਬੇ ਨਾਲ। ਪਰ ਘਰ ਮੈਂ ਸੋਏ ਆ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਕੌਤਕ ਹੋ ਗਿਆ, ਨਹਿ ਉਕਸੇ ਹੁੰਦੇ ਵੀ ਨਾ ਤਾਂ ਇਹਨਾਂ ਸਿਰਜਿਆ ਤਾਂ ਕੀਤਾ, ਬੋਲੇ ਨਾ ਪੁੰਨ ਤੇ ਨਾ ਹੀ ਕੁਝ ਕਾਜੀ ਬੋਲਿਆ, ਪਰ ਘਰ ਮੈਂ ਸੋਏ ਤੇ ਆਪਣੇ ਘਰ ਦੇ ਵਿੱਚ ਜਾ ਕੇ ਸੌਂ ਗਏ। ਇਹ ਸਾਧ ਸੰਗਤ ਕਲਗੀਧਰ ਮਹਾਰਾਜ ਦੀ ਨਿਰਭੈਤਾ ਹੈ। ਜਿਵੇਂ ਪਹਿਲਾਂ ਵੀ ਕਿਹਾ ਵੀ ਛੁਪ ਛੁਪਾ ਕੇ ਜਿੰਨਾ ਚਿਰ ਮਰਜ਼ੀ ਰਹਿ ਸਕਦੇ ਸਨ, ਪਰ ਮਹਾਰਾਜ ਸਾਹਿਬ ਜੀ ਛੁਪ ਛੁਪਾ ਕੇ ਰਹਿਣ ਵਾਲਿਆਂ ਚੋਂ ਥੋੜਾ ਏ। ਤੇ ਨਾਲੇ ਮਹਾਰਾਜ ਨੇ ਗਵਾਂਢੀ ਪਰਖ ਲਏ ਵੀ ਇਹ ਮਾਇਆ ਦੇ ਲਾਲਚੀ ਹੈ, ਵੀ ਮਾਇਆ ਲੈ ਕੇ ਚੁੱਪ ਤਾਂ ਹੋ ਗਏ ਐ, ਪਰ ਜੇ ਕੱਲ ਨੂੰ ਇਹਨਾਂ ਨੂੰ ਬਾਹਰ ਕਿਸੇ ਨੇ ਥੋੜੀ ਮਾਇਆ ਹੋਰ ਵੱਧ ਦੇਤੀ ਤਾਂ ਫਿਰ ਇਹ ਉਹਦੀ ਬੋਲੀ ਬੋਲਣਗੇ। ਜਿਹੜਾ ਪੈਸਾ ਵੇਖ ਕੇ ਬੰਦਾ ਕਿਸੇ ਦੀ ਬੋਲੀ ਬੋਲਦਾ ਹੈ ਉਹ ਕਦੀ ਭਰੋਸੇਯੋਗ ਨਹੀਂ ਹੁੰਦਾ। ਰਿਸ਼ਵਤਾਂ ਲੈਂਦੇ ਇਧਰੋਂ ਮਿਲੇ ਨੇ ਜਿੰਨੇ ਸਰਕਾਰੇ, ਉਹ ਦੂਸਰਾ ਥੋੜੀ ਵੱਧ ਦੇ ਫਿਰ ਉਹ ਉਧਰ ਹੋ ਜਾਂਦੇ ਆ। ਗੱਲ ਤੇ ਬੋਲੀਆਂ ਲੱਗਦੀਆਂ ਨੇ, ਬੋਲੀ ਹੁੰਦੀ ਹੈ ਨਾ, ਜਿਹੜਾ ਕੋਈ ਬੋਲੀ ਵੱਧ ਦਵੇ ਉਸੇ ਪਾਲੇ ਤੇ ਗੱਲ ਜਾਂਦੀ ਹੈ। ਕਲਗੀਧਰ ਸਾਹਿਬ ਨੇ ਵਿਚਾਰਿਆ ਵੀ ਇਹ ਹੁਣ ਤਾਂ ਮੋਹਰਾਂ ਦੀਆਂ ਵੇਖ ਕੇ ਚੁੱਪ ਹੋ ਗਏ ਨੇ, ਪਰ ਬਾਅਦ ਵਿੱਚ ਖੋਰੂ ਜ਼ਰੂਰ ਪਾਉਣਗੇ। ਤੇ ਆਦਿਕ ਕਹਿ ਲੋਭ ਦੇ ਓਏ ਤੇ ਆਦਿਕ ਮਾਇਆ ਦਾ ਜਿਹੜਾ ਲੋਭ ਜਿਹਾ ਜਿਹੜਾ ਸੀ, ਮਾਇਆ ਦਾ ਲਾਲਚ ਜਿਹਾ, ਰਿਸਤਨੋਂ ਬਿਨਾਚੀ ਆਏ ਗੁੱਸਾ ਜਿਹਾ, ਤੇ ਕਹਿੰਦੇ ਵੀ ਭਾਵੇਂ ਉਹਨਾਂ ਦਾ ਨਾਸ ਹੋ ਗਿਆ ਕਾਜੀ ਦਾ। ਘਰ ਮੈਂ ਬਰ ਮਸਲਤ ਕਰੀ ਪਰ ਇਧਰ ਗੁਲਾਬਾ ਮਸੰਦ ਤੇ ਪੰਜਾਬਾ ਮਹਾਰਾਜ ਚੁਬਾਰੇ ਦੇ ਆਸਣ ਤੇ ਚਲੇ ਗਏ ਤੇ ਇਹ ਘਰ ਦੇ ਵਿੱਚ ਵੜ ਕੇ ਤੇ ਆਪਣੇ ਘਰ ਦੇ ਵਿੱਚ ਸਾਰਿਆਂ ਨੂੰ ਇਕੱਠਿਆਂ ਕਰਕੇ ਸਲਾਹ ਕਰਨ ਲੱਗ ਪਏ। ਨਰ ਨਾਰਾਇਣ ਤਰਾਸੀ ਆਏ ਆਪ ਵੀ ਬੰਦੇ ਵੀ ਇਕੱਠੇ ਹੋ ਗਏ, ਜਿੰਨੀਆਂ ਇਹਨਾਂ ਦੀਆਂ ਇਸਤਰੀਆਂ ਸਨ ਉਹਨਾਂ ਨੂੰ ਵੀ ਸਾਰੀਆਂ ਨੂੰ ਇਕੱਠੀਆਂ ਕਰ ਲਿਆ। ਬੜੀ ਨਸਾਤੇ ਆਜ ਉਠ ਉਹਨਾਂ ਸਾਰਿਆਂ ਨੇ ਸਲਾਹ ਕੀਤੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਵੇਰੇ ਕਹਿੰਦੇ ਵੀ ਇੱਥੋਂ ਤੋਰੋ, ਜਿਵੇਂ ਕਿਵੇਂ ਕਰਕੇ ਬੇਨਤੀਆਂ ਕਰੋ, ਜੇ ਇੱਥੇ ਰਹਿ ਗਏ ਤੇ ਆਪਾਂ ਮਾਰੇ ਜਾਵਾਂਗੇ। ਕਹਿੰਦੇ ਸਵੇਰੇ ਵੱਡੇ ਤੜਕੇ, ਸਵੇਰੇ ਸਵਖਤੇ ਹੀ ਗੁਰ ਰੁਖਸਦ ਕੀਜੈ, ਕਹਿੰਦੇ ਵੀ ਅੱਜ ਜਿਹੜੀ ਰਾਤ ਹੈ ਨਾ ਇਹ ਲੰਘ ਲੈਣ ਦੋ, ਜਦੋਂ ਸਵਖਤਾ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਥੋਂ ਵਿਦਿਆ ਕਰ ਦਈਏ। ਕੈਸੀ ਖੇਡ ਹੈ ਜਿਸ ਗੁਰੂ ਨੂੰ ਘਰੇ ਸੱਦਣ ਦੇ ਲਈ ਲੋਕ ਤਰਲੇ ਲੈਂਦੇ, ਅੱਜ ਉਹਦੇ ਸਿੱਖ ਖਵਾਉਣ ਵਾਲੇ ਡੋਲ ਗਏ ਤੇ ਸਲਾਹ ਇਹ ਕਰਦੇ ਵੀ ਸਵੇਰੇ ਗੁਰੂ ਨੂੰ ਕਹੀਏ ਵੀ ਸਾਡੇ ਘਰੋਂ ਚਲੇ ਜਾਓ। ਛਪੇ ਰਹੇ ਨਾ ਡਰ ਰਹਿ, ਉਹਦਾ ਕਾਰਨ ਇਹ ਆ ਵੀ ਨਾ ਤਾਂ ਗੁਰੂ ਗੋਬਿੰਦ ਸਿੰਘ ਲੁਕ ਕੇ ਰਹਿੰਦੇ ਆ ਤੇ ਨਾ ਹੀ ਕਿਸੇ ਤੋਂ ਇਹ ਆਪ ਡਰਦੇ ਹਨ। ਤੁਮੇ ਆਪ ਬਚੀਜੈ, ਇਸ ਕਰਕੇ ਘਰ ਵਾਲੀਆਂ ਕਹਿਣ ਲੱਗੀਆਂ ਤੁਸੀਂ ਆਪਣਾ ਆਪ ਬਚਾਓ, ਗੁਰੂ ਸਾਹਿਬ ਨਾ ਕਿਸੇ ਤੋਂ ਡਰਦੇ ਆ ਤੇ ਨਾ ਹੀ ਲੋਕੇ ਰਹਿਣ ਵਾਲੇ ਹਨ। ਇਤੇ ਆਦਿਕ ਗਿਣਤੀ ਗਿਨੇ, ਇਤੇ ਆਦਿਕ ਸਲਾਹਾਂ ਕੀਤੀਆਂ ਇਹਨਾਂ ਨੇ ਵੀ ਸਵੇਰ ਹੁੰਦੇ ਗੁਰੂ ਸਾਹਿਬ ਜੀ ਨੂੰ ਤੋਰ ਦੇਣਾ ਆਪਾਂ। ਸਭ ਧੀਰਜ ਖੋਈ ਅੰਦਰ ਦੀ ਧੀਰਜ ਹਾਰ ਕੇ, ਗੁਲਾਬਾ ਪੰਜਾਬਾ ਧੀਰਜ ਹਾਰ ਕੇ, ਤੇ ਸਾਧ ਸੰਗਤ ਕੱਲਾ ਇਹ ਵੀ ਨਹੀਂ ਕਹਿ ਸਕਦੇ ਉਹ ਹਾਰ ਗਏ। ਜੇ ਇਹੋ ਜੀ ਕੋਈ ਪਰਖ ਸਾਡੀ ਪਵੇ ਤੇ ਅਸੀਂ ਕਿੰਨੇ ਕੁ ਹਾਰੀਏ, ਉਦੋਂ ਪਤਾ ਲੱਗਣਾ ਹੈ ਵੀ ਪੂਰਾ ਕੌਣ ਹੈ। ਵੇਦ ਕਸੌਟੀ ਗੁਰੂ ਜੀ, ਕਿਉਂਕਿ ਜਦੋਂ ਗੁਰੂ ਸਾਹਿਬ ਜੀ ਕਸੌਟੀ ਲਾਉਂਦੇ ਨੇ ਨਾ, ਗੁਰੂ ਦੀ ਜਿਹੜੀ ਕਸਵੱਟੀ ਹੈ ਸਹਿ ਸਕੈ ਨ ਕੋਈ, ਇਹਨੂੰ ਕੋਈ ਨਹੀਂ ਸਹਾਰ ਸਕਦਾ। ਕੋਈ ਵਿਰਲਾ ਟਾਵਾਂ ਹੀ ਨਿਕਲਦਾ ਜਿਹੜਾ ਗੁਰੂ ਸਾਹਿਬ ਦੀ ਕਸਵੱਟੀ ਸਹਾਰਦਾ ਹੈ। ਜੇ ਗੁਰ ਸਾਂਗ ਵਰਤਦਾ ਸਿੱਖ ਕਿਆ ਵਿਚਾਰਾ। ਜਦੋਂ ਗੁਰੂ ਕੋਈ ਚਰਿੱਤਰ ਕਰਦੇ ਵੀ ਸਿੱਖ ਦੀ ਕੀ ਆਪਣੀ ਜੁਰਤ ਹੈ ਵੀ ਉਹ ਉਸ ਤੇ ਕਾਇਮ ਰਵੇ। ਗੁਰ ਪ੍ਰਸਾਦ ਛਕ ਲੀਨ ਤਬ, ਇਹ ਤਾਂ ਗੁਰੂ ਸਾਹਿਬ ਜੀ ਨੇ ਰਾਤ ਦੇ ਸਮੇਂ ਲੰਗਰ ਛਕ ਲਿਆ, ਜਦੋਂ ਜਲ ਪਾਨ ਪਖਾਰੇ ਆ ਨਿਰਮਲ ਜਲ ਮਹਾਰਾਜ ਨੇ ਛਕਿਆ। ਉਸ ਤੋਂ ਬਾਅਦ ਫਿਰ ਭਰਿਅੰਕ ਪਰ ਗੁਰ ਪਏ, ਮਹਾਰਾਜ ਤਾਂ ਨਿਰਭੈ ਨੇ, ਡਰਦੇ ਨਹੀਂ ਐ ਤੇ ਪਲੰਗੇ ਤੇ ਬਿਰਾਜਮਾਨ ਹੋ ਗਏ। ਇਸ ਤਰਾਸ ਨ ਧਾਰੇ, ਆ ਲੱਖਾਂ ਫੌਜਾਂ ਚੜ ਕੇ ਭਾਵੇਂ ਆ ਗਈਆਂ ਪਰ ਕਿਸੇ ਤੋਂ ਡਰਦੇ ਨਹੀਂ ਮਹਾਰਾਜ ਸਾਹਿਬ। ਸਤਿਗੁਰੂ ਬਿਲਕੁਲ ਨਿਰਭੈ ਹਨ।
ਤੇ ਉਧਰ ਗੁਲਾਬਾ ਦੇ ਪੰਜਾਬਾ ਦੇ ਉਹਦਾ ਪਰਿਵਾਰ ਡਰੀ ਜਾਂਦਾ ਏ। ਜਿਵੇਂ ਮਹਾਰਾਜ ਨੂੰ ਬੇਨਤੀ ਕਰਨਗੇ, ਸਾਹਿਬਾਂ ਨੇ ਜਾਣ ਲਿਆ ਵੀ ਇਹ ਜਿੱਦਾਂ ਤੁਰਨ ਸਮੇਂ ਕਿਸੇ ਨੂੰ ਭੇਟਾ ਦੇਈਦੀ ਇਹ ਆਪੇ ਹੀ ਲੈ ਆਏ। ਮਹਾਰਾਜ ਨੇ ਜਾਣ ਲਿਆ ਵੀ ਇਹ ਡਰ ਗਏ ਨੇ। ਤੇ ਵੇਖੋ ਜਿਹੜੇ ਗੁਰੂ ਘਰ ਦੀ ਕਾਰ ਭੇਟਾ ਲਿਆਉਣ ਵਾਲੇ ਮਸੰਦ, ਉਹ ਗੁਰੂ ਨੂੰ ਘਰੋਂ ਤੋਰ ਰਹੇ ਨੇ। ਤੇ ਉਧਰ ਗਨੀ ਖਾਨ, ਨਬੀ ਖਾਨ ਉਹ ਬੇਨਤੀਆਂ ਕਰ ਰਹੇ ਨੇ ਕਿਤੇ ਗੁਰੂ ਸਾਹਿਬ ਦੇ ਦਰਸ਼ਨ ਸਾਨੂੰ ਹੋਣ। ਉਹ ਜਿਵੇਂ ਮਹਾਰਾਜ ਸਾਹਿਬ ਨੂੰ ਆਪਣੇ ਘਰੇ ਖੜ ਕੇ ਸੇਵਾ ਕਰਦੇ, ਇਹ ਸਦਾ ਵਾਸਤੇ ਆਪਣਾ ਨਾਮ ਇਤਿਹਾਸ 'ਚ ਲਿਖਾ ਰਹੇ, ਇਹ ਸਦਾ ਲਈ ਕਲੰਕ ਲੈ ਰਹੇ ਨੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਪਵਿੱਤਰ ਇਤਿਹਾਸ ਦੀਆਂ ਜਿਹੜੀਆਂ ਸਾਖੀਆਂ ਕਹਿੰਦਿਆਂ ਸੁਣਦੇ ਆ, ਇੱਕ ਤਾਂ ਗੁਰੂ ਸਾਹਿਬ ਦਾ ਜਸ ਹੁੰਦਾ ਏ, ਦੂਜਾ ਸਾਨੂੰ ਸਮਝ ਪੈਂਦੀ ਹੈ ਵੀ ਗੁਰੂ ਸਾਹਿਬ ਪਰਖਾਂ ਲੈਂਦੇ ਨੇ ਤੇ ਸਿਦਕ ਕਾਇਮ ਰਵੇ। ਇਹ ਆਪਣੇ ਆਪ ਨਹੀਂ ਸਾਡੇ ਕੋ ਹੋ ਸਕਦਾ। ਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਸਦਾ, ਮਹਾਰਾਜ ਤੇਰੇ ਸ਼ਹੀਦਾਂ ਵਰਗਾ, ਉਹ ਚਮਕੌਰ ਦੇ ਗੜੀ ਵਿੱਚ ਜਿਹੜੇ ਸ਼ਹੀਦ ਹੋਏ ਉਹਨਾਂ ਵਰਗਾ ਸਾਨੂੰ ਸਿਦਕ ਦੇ। ਜਿਵੇਂ ਅੱਜ ਭਾਈ ਸੰਤ ਸਿੰਘ, ਸੰਗਤ ਸਿੰਘ ਜੀ ਦੀਆਂ ਸ਼ਹੀਦੀਆਂ ਹੋਈਆਂ, ਉਹਨਾਂ ਵਰਗਾ ਮਹਾਰਾਜ ਸਾਨੂੰ ਸਿਦਕ ਦੇ। ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਪੜ੍ਹ ਦੋ। ਇਤਿਹਾਸਕ ਗਿਣਤੀ ਗਨੀ ਸਭ ਤੀਰਜ ਖੋਈ, ਦੇਤ ਕਸੌਟੀ ਗੁਰੂ ਜੀ ਸਹਿ ਸਕੈ ਨ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਾਇਆ ਤਾਰ। ਅੰਧ ਕੋਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਰਾਈ ਜਾਵੇ, ਗੁਰੂ ਕਲਗੀਧਰ ਪਾਤਸ਼ਾਹ ਚਰਨਾਂ ਭਾਵੇ ਨਿਹਾਲ ਹੋਈ ਜਾਵੇ। ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ।